ਤੱਤਾ ਅਤਰ ਤਰਿਓ ਨਹੀਂ ਜਾਈ। ਅਤਰ ਦਾ ਮਤਲਬ ਉਹ ਹੈ ਜਿਹਨੂੰ ਤੈਰ ਕੇ ਪਾਰ ਕਰਨਾ ਔਖਾ ਹੈ, ਭਾਵ ਕਿ ਸੰਸਾਰ ਸਮੁੰਦਰ। ਸੰਸਾਰ ਸਮੁੰਦਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਉਹਦਾ ਕਾਰਨ ਸਭ ਤੋਂ ਵੱਡਾ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਤਨ ਤ੍ਰਿਭਵਨ ਮਹਿ ਰਹਿਓ ਸਮਾਈ। ਕਿਉਂਕਿ ਸੰਸਾਰ ਦੇ ਵਿੱਚ ਇੰਨਾ ਜ਼ਿਆਦਾ ਖਚਿਤ ਹੈ ਇਹ ਸਾਡਾ ਮਨ ਤੇ ਸਾਡਾ ਸਰੀਰ, ਵੀ ਇਹਨੂੰ ਇਸ ਗੱਲ ਦੀ ਸੋਝੀ ਵੀ ਨਹੀਂ ਆਉਂਦੀ ਵੀ ਇਹਦੇ ਤੋਂ ਪਾਰ ਹੋਣਾ ਹੈ, ਸਮਾਇਆ ਹੀ ਇਹਦੇ ਵਿੱਚ ਹੈ। ਜੋ ਤ੍ਰਿਭਵਨ ਤਨ ਮਾਹੀ ਸਮਾਵਾ। ਪਰ ਜੇ ਕਿਤੇ ਇਸ ਬੰਦੇ ਨੂੰ ਸੰਸਾਰ ਦੀ ਸਮਝ ਲੱਗ ਜਾਵੇ ਤੇ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਸਮਾ ਜਾਵੇ, ਭਾਵ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਸੰਸਾਰ ਦੀਆਂ ਇਹਨੂੰ ਆਪਣੇ ਵੱਲ ਖਿੱਚਦੀਆਂ ਨੇ, ਇਹਨੂੰ ਸਮਝ ਲੱਗ ਜਾਵੇ ਵੀ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਵੀ ਉਹ ਕੁਝ ਰੱਬ ਨੇ ਮੇਰੇ ਅੰਦਰ ਵੀ ਪਾਇਆ ਹੋਇਆ ਹੈ। ਜਿਹੜੀਆਂ ਚੀਜ਼ਾਂ ਮੈਂ ਬਾਹਰ ਵੱਲ ਦੌੜਦਾ ਹਾਂ ਉਹ ਸਵਾਦ ਮਾਲਕ ਨੇ ਮੇਰੇ ਅੰਦਰ ਵੀ ਪਾਏ ਹੋਏ ਨੇ। ਜਦੋਂ ਤ੍ਰਿਭਵਨ ਜਿਹੜਾ ਹੈ, ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਤਨ ਦੇ ਵਿੱਚ ਸਮਾ ਜਾਵੇ ਸੰਸਾਰ, ਭਾਵ ਕਿ ਸਾਰੇ ਸੰਸਾਰ ਦੇ ਰਸ ਇਸ ਸਰੀਰ ਦੇ ਵਿੱਚ ਆ ਜਾਣ ਤੇ ਪ੍ਰਗਟ ਹੋ ਜਾਣ। ਤਉ ਤਤਹਿ ਤਤ ਮਿਲਿਆ ਸੱਚ ਪਾਵਾ। ਤੇ ਫਿਰ ਜਿਹੜਾ ਸਾਡੇ ਅੰਦਰ ਦਾ ਆਤਮਾ ਦਾ ਤੱਤ ਹੈ ਉਹ ਵਾਹਿਗੁਰੂ ਤੱਤ ਨੂੰ ਮਿਲ ਜਾਂਦਾ ਹੈ। ਸਾਡੇ ਅੰਦਰ ਦਾ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਤੇ ਸੰਸਾਰ ਨੂੰ ਬੰਦਾ ਪਾਰ ਹੋ ਜਾਂਦਾ ਹੈ, ਸੰਸਾਰ ਤੋਂ ਸੱਚ ਨੂੰ ਪਾ ਲੈਂਦਾ ਹੈ, ਨਹੀਂ ਤੇ ਤਰਨਾ ਔਖਾ ਹੈ। ਥੱਥਾ ਅਥਾਹ ਥਾਹ ਨਹੀਂ ਪਾਵਾ। ਵਾਹਿਗੁਰੂ ਇਹ ਇੱਦਾਂ ਦਾ ਭਾਵ ਹੈ ਕਿ ਅਥਾਹ ਹੈ, ਜਿਹਦਾ ਅੰਤ ਨਹੀਂ ਲੱਭਿਆ ਜਾ ਸਕਦਾ, ਜਿਹਦੀ ਥਾਹ ਨਹੀਂ ਪੈਂਦੀ। ਉਹ ਅਥਾਹ ਇਹ ਥਿਰ ਨਾ ਰਹਾਵਾ। ਤੇ ਮਨ ਉਸ ਵਾਹਿਗੁਰੂ ਦਾ ਅੰਤ ਕੀ ਪਾ ਸਕਦਾ ਹੈ, ਕਿਉਂਕਿ ਵਾਹਿਗੁਰੂ ਇੰਨਾ ਡੂੰਘਾ ਹੈ ਤੇ ਮਨ ਇੱਕ ਪਲ ਦੇ ਲਈ ਵੀ ਟਿਕਦਾ ਨਹੀਂ ਹੈ। ਮਨ ਟਿਕੇ ਤੇ ਉਹਦੇ ਬਾਰੇ ਕੁਝ ਜਾਣਕਾਰੀ ਲਵੇ। ਇਹ ਥਿਰ ਨਾ ਰਹਾਵਾ, ਮਨ ਤੇ ਥਿਰ ਨਹੀਂ ਰਹਿੰਦਾ ਹੈ। ਥੋੜੈ ਥਲ ਥਾਨਕ ਆਰੰਭੈ, ਬਿਨ ਹੀ ਥਾਵੈ ਮੰਦਿਰ ਥੰਬੈ। ਇਹ ਤੇ ਕਹਿੰਦੇ ਵੀ ਜੇ ਮਨ ਸੋਚ ਲਵੇ ਵੀ ਮੈਂ ਮਾਲਕ ਦਾ ਅੰਤ ਪਾਉਣਾ ਹੈ ਤੇ ਟਿਕਣਾ ਨਹੀਂ ਹੈ, ਪਰ ਇਹ ਤੇ ਕਹਿੰਦੇ ਇਦਾਂ ਦੀ ਗੱਲ ਹੈ ਵੀ ਕਿਸੇ ਕੋਲ ਬਿਲਕੁਲ ਥੋੜਾ ਜਿਹਾ ਥਾਂ ਹੋਵੇ ਤੇ ਉਹਦੇ ਵਿੱਚ ਸੋਚੇ ਵੀ ਮੈਂ ਪੂਰੀ ਕਲੋਨੀ ਵਸਾ ਲੈਣੀ ਹੈ, ਬਸਤੀ ਵਸਾ ਲੈਣੀ ਹੈ। ਤੇ ਜਾਂ ਇਦਾਂ ਸੋਚੇ ਵੀ ਪਿੱਲਰ ਨਹੀਂ ਮੈਂ ਲਾਉਣੇ ਤੇ ਮੈਂ ਪਿੱਲਰ ਤੋਂ ਬਿਨਾਂ ਹੀ ਘਰ ਤਿਆਰ ਕਰ ਲੈਣਾ ਹੈ, ਥੰਮਾਂ ਤੋਂ ਬਿਨਾਂ ਹੀ ਘਰ ਤਿਆਰ ਕਰ ਲੈਣਾ ਹੈ। ਇਹ ਤੇ ਇਦਾਂ ਦੀ ਗੱਲ ਹੋ ਗਈ ਹੈ ਜੋ ਕਿ ਅਸੰਭਵ ਹੈ। ਮਨ ਟਿਕਦਾ ਨਹੀਂ ਹੈ, ਟਿਕਣ ਤੋਂ ਬਿਨਾਂ ਮਾਲਕ ਨੂੰ ਕਿੱਦਾਂ ਪਾ ਸਕਦਾ ਹੈ। ਦੱਦਾ ਦੇਖ ਜੋ ਬਿਨ ਸੰਹਾਰਾ। ਆ ਜੋ ਸੰਸਾਰ ਨੂੰ ਵੇਖਦਾ ਪਿਆ ਹੈ ਤੂੰ, ਜਿਹੜਾ ਤੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ, ਬਿਨ ਸੰਹਾਰ ਹੈ, ਖਤਮ ਹੋ ਜਾਣ ਵਾਲਾ ਹੈ। ਜਸ ਅਦੇਖ ਤਸ ਰਾਖ ਵਿਚਾਰਾ। ਤੇ ਜਿਹੜਾ ਅਸਲ ਦੇ ਵਿੱਚ ਨਿਗਾਹ ਦੇ ਵਿੱਚ ਨਹੀਂ ਆਉਂਦਾ ਹੈ, ਜੋ ਦਿਸਦਾ ਨਹੀਂ ਪਿਆ ਇਹਨਾਂ ਅੱਖਾਂ ਦੇ ਦੁਆਰਾ, ਤਸ ਰਾਖ ਵਿਚਾਰਾ, ਉਹਨੂੰ ਚੇਤੇ ਦੇ ਵਿੱਚ ਰੱਖ। ਜੋ ਦਿਸਦਾ ਪਿਆ ਹੈ ਇਹਦੇ ਨਾਲ ਤੂੰ ਜੁੜਿਆ ਹੈ, ਪਰ ਇਹ ਤੇ ਖਤਮ ਹੋ ਜਾਵੇਗਾ, ਹੋ ਸਕਦਾ ਤੇਰੇ ਤੋਂ ਪਹਿਲਾਂ ਹੀ ਖਤਮ ਹੋ ਜਾਵੇ। ਤੂੰ ਉਹਦੇ ਨਾਲ ਜੁੜ ਜਿਹੜਾ ਦਿਸਦਾ ਨਹੀਂ ਪਿਆ ਹੈ, ਉਸ ਨੂੰ ਵਿਚਾਰ ਦੇ ਵਿੱਚ ਰੱਖ। ਤਸ ਰਾਖ ਵਿਚਾਰਾ। ਦਸਵੇਂ ਦਵਾਰ ਕੁੰਚੀ ਜਬ ਦੀਜੈ। ਹੁਣ 10ਵਾਂ ਦਵਾਰ ਇਦਾਂ ਕਹਿ ਲਓ ਵੀ ਪ੍ਰਚਲਿਤ ਖਿਆਲ ਦੇ ਵਿੱਚ ਵੀ ਸਾਡਾ ਬੰਦ ਹੈ ਅਜੇ। 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਉਹ 9 ਜਿਹੜੇ ਨੇ ਉਹ ਤੇ ਸਾਡੇ ਖੁੱਲੇ ਪਏ ਨੇ, ਅੱਖਾਂ ਖੁੱਲੀਆਂ ਨੇ, ਕੰਨ ਖੁੱਲੇ ਪਏ ਨੇ, ਜ਼ੁਬਾਨ ਖੁੱਲੀ ਪਈ ਹੈ, ਮੂੰਹ ਚੰਗੀ ਤਰ੍ਹਾਂ ਬੋਲੀ ਜਾਂਦਾ ਹੈ, ਇਹ ਤੇ ਪ੍ਰਤੱਖ ਨੇ। 10ਵਾਂ ਅਜੇ ਬੰਦ ਹੈ, ਪਰ ਇਹ ਖੁੱਲੇਗਾ ਕਿਹਦੇ ਨਾਲ? ਜਿੱਦਾਂ ਤਾਲਾ ਖੁੱਲਦਾ ਹੈ ਚਾਬੀ ਦੇ ਨਾਲ, ਇੱਦਾਂ ਗੁਰਬਾਣੀ ਦੀ ਚਾਬੀ ਦੇ ਨਾਲ ਇਹਨੂੰ ਖੁੱਲਣਾ ਹੈ, ਕੁੰਜੀ ਦੇ ਨਾਲ, ਗੁਰਬਾਣੀ ਦੀ ਚਾਬੀ ਦੇ ਨਾਲ। ਭਾਵ ਕਿ ਗੁਰਬਾਣੀ ਨੂੰ ਸਮਝ ਕੇ, ਵਿਚਾਰ ਕੇ, ਜ਼ਿੰਦਗੀ 'ਚ ਲਿਆ ਕੇ, ਜਦੋਂ ਬਾਬਾ ਕਬੀਰ ਕਹਿੰਦੇ 10ਵੇਂ ਦੁਆਰ ਕੁੰਚੀ ਜਬ ਦੀਜੈ ਤਉ ਦਇਆਲ ਕੋ ਦਰਸ਼ਨ ਕੀਜੈ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰੀਦੇ ਨੇ। ਉਹਦੇ ਨਾਲ ਫਿਰ ਇੱਕ ਮਿਕਤਾ ਹੁੰਦੀ ਹੈ। ਧੱਦਾ ਅਰਧ ਹੈ ਉਰਧ ਨਿਬੇਰਾ। ਅਰਧ ਦਾ ਮਤਲਬ ਹੁੰਦਾ ਹੈ ਨੀਵਾਂ ਪਾਸਾ, ਉਰਧ ਦਾ ਮਤਲਬ ਹੋ ਗਿਆ ਆਕਾਸ਼। ਇੱਥੇ ਭਾਵ ਅਰਥ ਇਹ ਆ ਗਿਆ, ਅਰਧ ਦਾ ਮਤਲਬ ਹੋ ਗਿਆ ਸਾਡਾ ਆਪਣਾ ਆਪਾ ਜਿਹੜਾ ਅਜੇ ਨੀਵਾਂ ਹੈ। ਉਰਧ ਦਾ ਮਤਲਬ ਹੋ ਗਿਆ ਅਕਾਲ ਪੁਰਖ ਵਾਹਿਗੁਰੂ।
ਤੇ ਬਾਬਾ ਕਬੀਰ ਕਹਿੰਦੇ ਨਿਬੇੜਾ ਤਾਂ ਹੀ ਹੋਣਾ ਹੈ ਜਦੋਂ ਅਸੀਂ ਨੀਵੇਂ ਪਾਸੇ ਤੋਂ ਉੱਠ ਕੇ ਤੇ ਉੱਚੇ ਪਾਸੇ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਤੁਰ ਪਵਾਂਗੇ। ਅਰਧ ਹੈ ਉਰਧ ਨਿਬੇੜਾ, ਉਰਧ ਦੇ ਵਿੱਚ ਸਮਾ ਕੇ ਹੀ ਅਰਧ ਦਾ ਨਿਬੇੜਾ ਹੋਣਾ ਹੈ। ਪਰਮਾਤਮਾ ਦੇ ਵਿੱਚ ਸਮਾ ਕੇ ਹੀ ਸਾਡਾ ਨਿਬੇੜਾ ਹੋਣਾ ਹੈ। ਅਰਧ ਹੈ ਉਰਧ ਹੈ ਮੰਝ ਬਸੇਰਾ। ਤੇ ਜਦੋਂ ਨਿਬੇੜਾ ਤਾਂ ਹੋਵੇਗਾ ਜਦੋਂ ਇਸ ਜੀਵ ਦਾ ਅਕਾਲ ਦੇ ਵਿੱਚ ਵਾਸਾ ਹੋ ਜਾਵੇਗਾ। ਅਰਧ ਹੈ ਛਾੜ ਉਰਧ ਜੋ ਆਵਾ, ਤਉ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਜਦੋਂ ਬੰਦਾ ਇਸ ਨੀਵੇਂ ਸੁਭਾਅ ਨੂੰ ਛੱਡ ਕੇ ਉੱਚੇ ਸੁਭਾਅ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਜਾਂਦਾ ਹੈ ਨਾ, ਤਉ ਅਰਧ ਹੈ ਉਰਧ ਮਿਲਿਆ। ਤਾਂ ਇਸ ਨੀਵੇਂ ਸੁਭਾਅ ਵਾਲੇ ਬੰਦੇ ਨੂੰ ਜਦੋਂ ਵਾਹਿਗੁਰੂ ਮਿਲਦਾ ਹੈ ਸੁਖ ਪਾ ਲੈਂਦਾ ਹੈ। ਅਰਧ ਤੇ ਉਰਧ ਦਾ ਮਤਲਬ ਹੈ ਇੱਥੇ ਅਰਧ ਨੀਵਾਂ ਪਾਸਾ, ਉਰਧ ਉੱਚਾ ਪਾਸਾ। ਅਰਧ ਦਾ ਭਾਵ ਹੈ ਸਾਡਾ ਆਪਣਾ ਜਿਹੜਾ ਨੀਵਾਂ ਹੈ। ਉਰਧ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਜਿਹਦੇ ਤੱਕ ਅਸੀਂ ਮਿਲਣਾ ਹੈ। ਨੰਨਾ ਨਿਸ ਦਿਨ ਨਿਰਖਤ ਜਾਈ, ਜਿਸ ਮਨੁੱਖ ਦਾ ਦਿਨ ਤੇ ਰਾਤ ਤੱਕਦਿਆਂ ਤੱਕਦਿਆਂ ਰੱਬ ਵਾਲੇ ਪਾਸੇ ਨੂੰ ਚੇਤਾ ਕਰਦਿਆਂ ਬੀਤਦਾ ਹੈ। ਔਰ ਕਦੀ ਕਦੀ ਇੰਤਜ਼ਾਰ ਇੰਨਾ ਵੱਡਾ ਹੋ ਜਾਂਦਾ ਹੈ, ਨਿਰਖਤ ਨੈਣ ਰਹੇ ਰਤਵਾਈ, ਉਡੀਕਦਿਆਂ ਉਡੀਕਦਿਆਂ ਅੱਖਾਂ ਲਾਲ ਹੋ ਗਈਆਂ। ਇਹ ਕਦੀ ਕਦੀ ਸਾਡੇ ਨਾਲ ਜ਼ਿੰਦਗੀ 'ਚ ਵਾਪਰਦਾ ਹੈ। ਵੈਸੇ ਵੀ ਅੱਜ ਕੱਲ੍ਹ ਤੇ ਚਲੋ ਸਾਡੇ ਕੋਲ ਫੋਨ ਨੇ, ਇਨਫੋਰਮੇਸ਼ਨ ਆਈ ਜਾਂਦੀਆਂ ਨੇ, ਪਰ ਜੇ ਕਿਸੇ ਵੇਲੇ ਕਿਸੇ ਨੇ ਆਉਣਾ ਹੋਵੇ ਤੇ ਫੋਨ ਵੀ ਬੰਦ ਹੋ ਜਾਵੇ ਤੇ ਸਾਨੂੰ ਪਤਾ ਵੀ ਨਾ ਲੱਗੇ ਵੀ ਕਦੋਂ ਆ ਜਾਣਾ ਹੈ, ਤੇ ਫਿਰ ਜਾਗਣਾ ਪੈਂਦਾ ਹੈ। ਤੇ ਜਿਹਨੂੰ ਸਾਰੀ ਰਾਤ ਜਾਗਣਾ ਪਏ ਉਹਦੀਆਂ ਸਵੇਰ ਨੂੰ ਉੱਦਾਂ ਅੱਖਾਂ ਸੁੱਜ ਜਾਂਦੀਆਂ ਨੇ। ਵੇਖੋ, ਉਹ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਅੱਜ ਰਾਤ ਜਾਗਿਆ ਹੈ ਬੰਦਾ। ਨਿਰਖਤ ਨੈਣ ਰਹੇ ਰਤਵਾਈ, ਦਿਨ ਰਾਤ ਮਾਲਕ ਨੂੰ ਵੇਖਦਾ ਹੈ ਤੇ ਵੇਖਦਿਆਂ ਵੇਖਦਿਆਂ ਜਿਹਦੀਆਂ ਅੱਖਾਂ ਜਿਹੜੀਆਂ ਨੇ ਨਾ ਇੰਤਜ਼ਾਰ ਕਰਦਿਆਂ ਕਰਦਿਆਂ ਲਾਲ ਹੋ ਗਈਆਂ ਨੇ, ਥਕਾਵਟ ਦੇ ਵਿੱਚ ਆ ਗਈਆਂ ਨੇ। ਨਿਰਖਤ ਨਿਰਖਤ ਜਬ ਜਾਏ ਪਾਵਾ। ਤੇ ਜੇ ਕਿਤੇ ਇਦਾਂ ਇੰਤਜ਼ਾਰ ਕਰਦਿਆਂ ਉਹਦਾ ਇੰਤਜ਼ਾਰ ਖਤਮ ਹੋ ਗਿਆ, ਭਾਵ ਕਿ ਜਿਹਨੂੰ ਰੱਬ ਨੂੰ ਉਡੀਕਦਾ ਪਿਆ ਸੀ ਉਹ ਰੱਬ ਪਾ ਲਿਆ ਉਹਨੇ। ਤਬ ਲੈ ਨਿਰਖ ਹੈ ਨਿਰਖ ਮਿਲਾਵਾ। ਤੇ ਸਾਨੂੰ ਵੀ ਪਤਾ ਹੈ ਜਿਹਦਾ ਅਸੀਂ ਇੰਤਜ਼ਾਰ ਕਰਦੇ ਹੋਏ ਹਾਂ, ਉਹ ਜਦੋਂ ਸਾਡੇ ਘਰ ਦੇ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਗਲੇ ਮਿਲਦੇ ਹਾਂ। ਬਾਬਾ ਕਬੀਰ ਕਹਿੰਦੇ ਇਦਾਂ ਜਿਹਦਾ ਇੰਤਜ਼ਾਰ ਕਰਦਾ ਪਿਆ ਸੀ ਨਾ, ਤੇ ਇੰਤਜ਼ਾਰ ਕਰਦਿਆਂ ਕਰਦਿਆਂ ਉਹਦੀਆਂ ਅੱਖਾਂ ਵੀ ਲਾਲ ਹੋ ਗਈਆਂ ਸੀ, ਉਹਨੇ ਸਭ ਤੋਂ ਪਹਿਲਾਂ ਮਾਲਕ ਨੇ ਆ ਕੇ ਤੇ ਉਹਨੂੰ ਆਪਣੇ ਨਾਲ ਮਿਲਾ ਲਿਆ। ਤਬ ਲੈ ਨਿਰਖ ਹੈ ਨਿਰਖ ਮਿਲਾਵਾ। ਉਹਦੇ ਇੰਤਜ਼ਾਰ ਦੀ ਕਦਰ ਕਰ ਲਈ ਉਹਨੇ ਵੀ ਇਹਨੇ ਮੇਰਾ ਇੰਤਜ਼ਾਰ ਕੀਤਾ ਹੈ, ਤੇ ਉਹਨੂੰ ਗਲ ਦੇ ਵਿੱਚ ਲੈ ਲਿਆ। ਰੱਬ ਨੇ ਇੰਤਜ਼ਾਰ ਕਰਨ ਵਾਲੇ ਜੀਵ ਨੂੰ ਆਪਣੇ ਨਾਲ ਮਿਲਾ ਲਿਆ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਅਕਾਲ ਪੁਰਖ ਵਾਹਿਗੁਰੂ ਅਪਰ ਹੈ, ਜਿਹੜਾ ਪਰੇ ਤੋਂ ਪਰੇ ਹੈ। ਉਹਦਾ ਪਾਰ ਨਹੀਂ ਪਾਇਆ ਜਾ ਸਕਦਾ ਵੀ ਉਹ ਅਸੀਂ ਕਹਿ ਲਈਏ ਵੀ ਮੈਨੂੰ ਰੱਬ ਦੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ। ਪਰ ਨਾਲ ਬਾਬਾ ਕਬੀਰ ਕਹਿੰਦੇ ਨੇ ਜਿਸ ਬੰਦੇ ਨੇ ਉਸ ਮਾਲਕ ਦੇ ਪ੍ਰਤੀ ਸ਼ਰਧਾ ਬਣਾਈ ਹੈ, ਉਹਦੇ ਨਾਲ ਪਰਚਾ ਲਾਇਆ ਹੈ, ਪਰਿਚੈ ਕੀਤਾ ਹੈ ਉਹਦੇ ਨਾਲ। ਪੰਚੋ ਇੰਦਰੀ ਨਿਗ੍ਰਹਿ ਕਰਈ। ਉਹ ਆਪਣੇ ਪੰਜ ਜਿਹੜੇ ਇੰਦਰੇ ਨੇ ਨਾ, ਗਿਆਨ ਇੰਦਰੇ ਨੇ, ਉਹਨਾਂ ਨੂੰ ਰੋਕ ਲੈਂਦਾ ਹੈ, ਉਹਨਾਂ ਨੂੰ ਕੰਟਰੋਲ ਕਰਨਾ ਸਿੱਖ ਲੈਂਦਾ ਹੈ। ਪਾਪ ਪੁੰਨ ਦੋਊ ਨਿਰਵਰਈ। ਫਿਰ ਪਾਪ ਤੇ ਪੁੰਨ ਦੀ ਇੱਛਾ ਤੋਂ ਵੀ ਉੱਤੇ ਹੋ ਜਾਂਦਾ ਹੈ। ਉਹ ਇਸ ਕਰਕੇ ਪੁੰਨ ਨਹੀਂ ਕਰਦਾ ਵੀ ਮੈਂ ਪੁੰਨ ਕਰਾਂਗਾ ਤੇ ਮੈਨੂੰ ਸਵਰਗ ਮਿਲੇਗਾ, ਇਸ ਕਰਕੇ ਪਾਪ ਨਹੀਂ ਕਰਦਾ ਵੀ ਮੈਨੂੰ ਜਿਹੜਾ ਹੈ ਜੇ ਮੈਂ ਪਾਪ ਕੀਤਾ ਤੇ ਨਰਕ ਮਿਲੇਗਾ। ਜਿੱਦਾਂ ਆਮ ਦੁਨੀਆ ਕਰਦੀ ਹੈ ਵੀ ਪਾਪ ਕਰੋਗੇ ਤੇ ਤੁਹਾਨੂੰ ਨਰਕ ਮਿਲੇਗਾ, ਪੁੰਨ ਕਰੋਗੇ ਤੁਹਾਨੂੰ ਸਵਰਗ ਮਿਲ ਜਾਵੇਗਾ। ਉਹਨੇ ਇਹ ਖਿਆਲ ਹੀ ਛੱਡ ਦਿੱਤਾ ਹੈ, ਸਵਰਗ ਨਰਕ ਦੀ ਇੱਛਾ ਹੀ ਛੱਡ ਦਿੱਤੀ ਹੈ ਆਪਣੇ ਅੰਦਰੋਂ। ਪਾਪ ਪੁੰਨ ਦਾ ਪਾਸਾ ਹੀ ਨਹੀਂ ਉਹਦੇ ਅੰਦਰ। ਸੁਭਾਵਕ ਹੀ ਉਹਦੇ ਕੋਲੋਂ ਚੰਗੇ ਕੰਮ ਹੀ ਹੋਣਗੇ, ਬੁਰੇ ਕੰਮ ਹੋਣਗੇ ਹੀ ਨਹੀਂ। ਉਹ ਇੱਛਾ ਦੇ ਵਿੱਚ ਆ ਕੇ ਕੰਮ ਨਹੀਂ ਕਰਦਾ ਪਿਆ, ਬਸ ਉਹਦਾ ਕੰਮ ਹੈ ਕਿ ਕੰਮ ਕਰਨਾ ਹੈ। ਫੱਫਾ ਬਿਨ ਫੂਲਹਿ ਫਲ ਹੋਈ, ਤਾ ਫਲ ਫੰਕ ਲਖੈ ਜੋ ਕੋਈ। ਅਸੀਂ ਜਦੋਂ ਕੁਝ ਕਰਦੇ ਹਾਂ ਨਾ, ਥੋੜਾ ਥੋੜਾ ਕਰਮ ਕਰਦੇ ਹਾਂ। ਜਿੱਦਾਂ ਦਰਖਤ ਨੂੰ ਅਸੀਂ ਪਾਣੀ ਪਾਉਂਦੇ ਹਾਂ ਤੇ ਫਿਰ ਇੱਕ ਦਿਨ ਦਰਖਤ ਨੂੰ ਫੁੱਲ ਲੱਗਣੇ ਸ਼ੁਰੂ ਹੋ ਜਾਂਦੇ ਨੇ, ਫੁੱਲ ਤੋਂ ਬਾਅਦ 'ਚ ਫਲ ਬਣਦਾ ਹੈ। ਇੱਦਾਂ ਹੀ ਸਾਡਾ ਧਾਰਮਿਕ ਜੀਵਨ ਹੁੰਦਾ ਹੈ। ਅਸੀਂ ਪਹਿਲਾਂ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਥੋੜ੍ਹਾ ਬਹੁਤਾ ਰੱਬ ਦਾ ਨਾਮ ਲੈਂਦੇ ਹਾਂ। ਇਹ ਕੀ ਹੈ? ਸਾਡੇ ਕਰਮ। ਇਹ ਅਸੀਂ ਕਰਮ ਕਰਦੇ ਹਾਂ। ਜਿੱਦਾਂ ਹੁਣ ਅਸੀਂ ਬੋਲਦੇ ਪਏ ਹਾਂ, ਇਹ ਵੀ ਇੱਕ ਕਰਮ ਆ ਗਿਆ। ਤੁਸੀਂ ਬੈਠੇ ਹੋ, ਇੱਕ ਕਰਮ ਹੈ। ਇਸ ਕਰਮ ਦਾ ਇੱਕ ਦਿਨ ਫਲ ਲੱਗ ਜਾਣਾ ਹੈ, ਕਿਉਂਕਿ ਜਿਹੋ ਜਿਹੇ ਕਰਮ ਕਰਾਂਗੇ ਫਲ ਤੇ ਮਿਲੇਗਾ ਹੀ ਮਿਲੇਗਾ। ਇੱਕ ਹੁੰਦਾ ਹੈ ਕਰਮਾਂ ਤੋਂ ਬਿਨਾਂ ਫਲ। ਮਤਲਬ ਕੀ ਹੈ?
ਜਿਹਦੇ ਵਿੱਚ ਅਸੀਂ ਇਹ ਨਹੀਂ ਸੀ ਸੋਚਿਆ ਵੀ ਮੈਨੂੰ ਇਹੀ ਚੀਜ਼ ਚਾਹੀਦੀ ਹੈ। ਹਾਲਾਂਕਿ ਕਰਨਾ ਤੇ ਹੈ ਹੀ ਸਾਰਾ ਕੁਝ, ਕਰਮ ਤੋਂ ਬਿਨਾਂ ਅਸੀਂ ਕਦੀ ਰਹਿ ਹੀ ਨਹੀਂ ਸਕਦੇ। ਬਾਬਾ ਕਬੀਰ ਕਹਿੰਦੇ ਨੇ, ਜੇਕਰ ਬੰਦੇ ਨੂੰ ਅਸਲ ਦੇ ਵਿੱਚ ਕਰਮ ਕਾਂਡਾਂ ਤੋਂ ਬਿਨਾਂ ਜਿਹੜਾ ਗਿਆਨ ਹਾਸਲ ਹੁੰਦਾ ਹੈ, ਕਰਮ ਕਾਂਡਾਂ ਤੋਂ ਉੱਤੇ ਉੱਠ ਕੇ ਜਿਹੜਾ ਫਲ ਮਿਲਦਾ ਹੈ ਨਾ, ਤਾ ਫਲ ਫੰਕ। ਤੇ ਜੇ ਕਿਸੇ ਨੂੰ, ਜਿੱਦਾਂ ਅਸੀਂ ਕਿਤੇ ਬਿਮਾਰ ਹੋਵੇ ਬੰਦਾ ਤੇ ਡਾਕਟਰ ਕਹਿੰਦਾ ਵੀ ਭਾਈ ਆਹ ਫਲ ਖਾ ਲਈ, ਤੇ ਫਿਰ ਉਹ ਫਲ ਕੀ ਕਰਦਾ, ਅੰਦਰੋਂ ਬਿਮਾਰੀ ਕੱਢ ਦਿੰਦਾ ਹੈ। ਤੇ ਜ਼ਿਆਦਾ ਖਾਧਾ ਨਹੀਂ ਜਾਂਦਾ ਬੰਦੇ ਦੇ ਕੋਲੋਂ, ਤੇ ਫਿਰ ਬੰਦਾ ਕੀ ਕਹਿੰਦਾ ਵੀ ਨਹੀਂ ਸਾਰਾ ਨਹੀਂ, ਉਹਦਾ ਕੁਝ ਕੁ ਹਿੱਸਾ ਖਾ ਲੈ। ਗਿਆਨ ਫਲ ਇਦਾਂ ਦੀ ਚੀਜ਼ ਹੈ, ਅਕਾਲ ਪੁਰਖ ਵਾਹਿਗੁਰੂ ਦੀ ਸਮਝ ਇਦਾਂ ਦੀ ਚੀਜ਼ ਹੈ। ਬਾਬਾ ਕਬੀਰ ਕਹਿੰਦੇ ਥੋੜਾ ਜਿਹਾ ਵੀ ਹਿੱਸਾ ਕਿਤੇ ਬੰਦੇ ਦੇ ਪੱਲੇ ਆ ਗਿਆ ਨਾ, ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਕਿਨਕਾ ਏਕ ਜਿਸ ਜੀਵ ਬਸਾਵੇ, ਉਹ ਥੋੜਾ ਜਿਹਾ ਵੀ ਕਿਤੇ ਗਿਆਨ ਬੰਦੇ ਦੇ ਅੰਦਰ ਆ ਗਿਆ ਨਾ, ਦੂਣ ਨਾ ਪਰਈ ਫੰਕ ਵਿਚਾਰੇ, ਉਹਦੇ ਅੰਦਰੋਂ ਫਿਰ ਦੂਣ ਖਤਮ ਹੋ ਜਾਂਦੀ ਹੈ। ਦੂਣ ਦਾ ਮਤਲਬ ਹੁੰਦਾ ਹੈ ਵੈਸੇ ਦੋ ਪਹਾੜੀਆਂ ਵਿਚਲਾ ਇਲਾਕਾ, ਜਿੱਦਾਂ ਦੇਹਰਾਦੂਨ ਹੋ ਗਿਆ, ਦੋ ਪਹਾੜੀਆਂ ਉੱਚੀਆਂ ਹੁੰਦੀਆਂ ਨੇ, ਜਿਹੜਾ ਵਿੱਚ ਨੀਵਾਂ ਇਲਾਕਾ ਹੁੰਦਾ ਉਹਨੂੰ ਕਹਿੰਦੇ ਨੇ ਦੂਣ। ਇੱਥੇ ਦੂਣ ਦਾ ਮਤਲਬ ਹੈ ਜਨਮ ਤੇ ਮਰਨ। ਜਨਮ ਇੱਕ ਪਹਾੜੀ ਹੋ ਗਈ, ਮੌਤ ਇੱਕ ਪਹਾੜੀ ਹੋ ਗਈ, ਵਿੱਚ ਸਾਡਾ ਜੀਵਨ ਹੈ। ਉਹਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਜਿਹਨੂੰ ਗਿਆਨ ਹਾਸਲ ਹੋ ਜਾਂਦਾ ਹੈ ਮਾਲਕ ਦਾ। ਤਾਂ ਫਲ ਫੰਕ ਸਭੈ ਤਨ ਫਾਰੈ, ਤੇ ਉਸ ਗਿਆਨ ਫਲ ਦਾ ਜਿਹੜਾ ਸਵਾਦ ਹੈ, ਅਨੁਭਵ ਦਾ ਸਵਾਦ ਹੈ, ਉਹ ਜਨਮ ਮਰਨ ਦੇ ਗੇੜ ਨੂੰ ਖਤਮ ਕਰਕੇ ਰੱਖ ਦਿੰਦਾ ਹੈ। ਬੱਬਾ ਬਿੰਦਹਿ ਬਿੰਦ ਮਿਲਾਵਾ, ਬਿੰਦਹਿ ਬਿੰਦ ਨਾ ਬਿਸ਼ਰਨ ਪਾਵਾ। ਜਿੱਦਾਂ ਇੱਕ ਪਾਣੀ ਦੀ ਬੂੰਦ ਦੂਜੇ ਪਾਣੀ ਦੇ ਵਿੱਚ ਮਿਲਾ ਦਈਏ ਤੇ ਵੱਖਰੀ ਨਹੀਂ ਕੀਤੀ ਜਾ ਸਕਦੀ, ਇੱਦਾਂ ਜਿਹੜਾ ਜੀਵ ਆਤਮਾ ਹੈ ਉਹਦੀ ਜਿਹੜੀ ਹੋਂਦ ਹੈ, ਜਦੋਂ ਮਾਲਕ ਦੇ ਨਾਲ ਮਿਲ ਕੇ ਤੇ ਇੱਕਮਿਕ ਹੋ ਜਾਂਦੀ ਹੈ, ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਫਿਰ ਬੰਦੋ ਹੋਏ ਬੰਦਗੀ ਗਹਿ, ਤੇ ਫਿਰ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ? ਜਿਹੜਾ ਬੰਦਾ ਹੈ ਉਹ ਬੰਦਗੀ ਨੂੰ ਗਹੇ, ਭਵ ਕੇ ਭਗਤੀ ਕਰੇ। ਬੰਦਕ ਹੋਏ ਬੰਦ ਸੁਧ ਲਹੈ, ਤੇ ਜਿਹੜਾ ਬੰਦਾ ਬੰਦਗੀ ਕਰਨ ਲੱਗ ਜਾਂਦਾ ਹੈ, ਦਾਤਾਰ ਕਹਿੰਦੇ ਨੇ ਉਹਨੂੰ ਇਸ ਗੱਲ ਦੀ ਸਮਝ ਲੱਗਣ ਲੱਗ ਜਾਂਦੀ ਹੈ ਵੀ ਮੈਂ ਅਸਲ ਦੇ ਵਿੱਚ ਬੱਝਾ ਕਿਹੜੀਆਂ ਚੀਜ਼ਾਂ ਦੇ ਨਾਲ ਹਾਂ। ਉਹਨੂੰ ਇਸ ਗੱਲ ਦੇ ਬਾਰੇ ਪਤਾ ਲੱਗ ਜਾਂਦਾ ਵੀ ਕਿਹੜੀਆਂ ਖਾਹਿਸ਼ਾਂ ਮੈਨੂੰ ਰੋਕ ਕੇ ਰੱਖਦੀਆਂ ਪਈਆਂ ਨੇ। ਆਪਣੇ ਬੱਝੇ ਹੋਏ ਦੀ ਸੁੱਧ ਉਹਨੂੰ ਹੋ ਜਾਂਦੀ ਹੈ ਵੀ ਕਿਹੜੀਆਂ ਚੀਜ਼ਾਂ ਮੈਨੂੰ ਰੋਕਦੀਆਂ ਪਈਆਂ ਨੇ ਰੱਬ ਦੇ ਘਰ ਵੱਲ ਜਾਣ ਤੋਂ। ਭੱਬਾ ਭੇਦਹਿ ਭੇਦ ਮਿਲਾਵਾ, ਭੇਦਣ ਦਾ ਮਤਲਬ ਹੁੰਦਾ ਹੈ ਵਿੰਨ ਦੇਣਾ, ਜਿੱਦਾਂ ਤੀਰ ਨਿਕਲ ਜਾਂਦਾ ਹੈ ਕਿਸੇ ਟਾਰਗੇਟ ਦੇ ਵਿੱਚੋਂ ਦੀ। ਜਿਹੜੇ ਬੰਦੇ ਨੇ ਆਪਣੇ ਆਪ ਦੀ ਤੇ ਰੱਬ ਦੀ ਵਿੱਥ ਨੂੰ ਭੇਦ ਲਿਆ ਹੈ, ਖਤਮ ਕਰ ਲਿਆ ਹੈ, ਉਹਦਾ ਮਿਲਾਪ ਮਾਲਕ ਦੇ ਨਾਲ ਹੋ ਜਾਂਦਾ ਹੈ। ਅਬ ਭਉ ਭਾਨ ਭਰੋਸੋ ਆਵਾ, ਤੇ ਜਿਹਨੇ ਦੁਨਿਆਵੀ ਡਰ ਭੰਨ ਲਿਆ ਹੈ, ਤੋੜ ਲਿਆ ਹੈ। ਭੰਨ ਦੇਣਾ ਪੰਜਾਬੀ ਦਾ ਇੱਕ ਸ਼ਬਦ ਹੈ। ਜਦੋਂ ਉਹਨੇ ਆਪਣਾ ਭਉ ਭੰਨ ਲਿਆ ਹੈ, ਭਰੋਸੋ ਆਵਾ, ਉਹਨੂੰ ਰੱਬ ਦੇ ਉੱਤੇ ਬਿਲਕੁਲ ਭਰੋਸਾ ਆ ਜਾਂਦਾ ਹੈ। ਕਿਉਂਕਿ ਡਰ ਹੁੰਦੇ ਨੇ ਦੁਨੀਆ ਦੇ, ਇਸ ਕਰਕੇ ਰੱਬ ਤੇ ਭਰੋਸਾ ਵੱਜਦਾ ਹੀ ਨਹੀਂ। ਉਹਨੂੰ ਰੱਬ ਤੇ ਭਰੋਸਾ ਵੱਜ ਗਿਆ ਹੈ। ਜੋ ਬਾਹਰ ਸੋ ਭੀਤਰ ਜਾਣਿਆ, ਉਹਨੂੰ ਪਤਾ ਲੱਗ ਗਿਆ ਵੀ ਜਿਸ ਰੱਬ ਨੂੰ ਮੈਂ ਬਾਹਰ ਵੇਖਦਾ ਪਿਆ ਹਾਂ ਉਹ ਤੇ ਮੇਰੇ ਅੰਦਰ ਵੀ ਓਨਾ ਹੀ ਵਿਆਪਕ ਹੈ। ਭਇਆ ਭੇਦ ਭੂਪਤ ਪਹਿਚਾਨਿਆ, ਆਪਣੇ ਅੰਦਰ ਦਾ ਜਿਹਨੂੰ ਭੇਦ ਮਿਲ ਗਿਆ, ਆਪਣੇ ਅੰਦਰ ਦੀ ਉਹਨੂੰ ਜਾਣਕਾਰੀ ਮਿਲ ਗਈ ਹੈ। ਭੂਪਤ ਪਹਿਚਾਨਿਆ, ਅੰਦਰ ਵਸਦੇ ਹੋਏ ਰੱਬ ਨੂੰ। ਰੱਬ, ਭੂਪਤ ਦਾ ਮਤਲਬ ਹੁੰਦਾ ਹੈ ਜ਼ਮੀਨ ਦਾ ਪਤੀ, ਮਾਲਕ, ਰਾਜਾ। ਅੰਦਰ ਵਸਦਾ ਹੋਇਆ ਰੱਬ ਉਹਨੇ ਪਹਿਚਾਣ ਲਿਆ ਹੈ। ਮੰਮਾ ਮੂਲ ਗਹਿਆ ਮਨ ਮਾਨੈ, ਇਹ ਮਨ ਤਾਂ ਹੀ ਮੰਨਦਾ ਹੈ ਜਦੋਂ ਆਪਣੇ ਮੂਲ ਨੂੰ ਫੜ ਲੈਂਦਾ ਹੈ, ਰੱਬ ਵੱਲ ਤੁਰ ਪੈਂਦਾ ਹੈ। ਨਹੀਂ ਤੇ ਨਹੀਂ ਮੰਨਦਾ, 4 ਦਿਨ ਇੱਕ ਪਾਸੇ ਲੱਗਾ ਰਹਿੰਦਾ, ਫਿਰ ਹਟ ਕੇ ਦੂਜੇ ਪਾਸੇ ਚਲਾ ਜਾਂਦਾ। ਇਹ ਤਾਂ ਹੀ ਮੰਨੇਗਾ ਜਦੋਂ ਰੱਬ ਵਾਲੇ ਪਾਸੇ ਤੁਰੇਗਾ। ਤੇ ਮਰਮੀ ਹੋਏ ਸੋ ਮਨ ਕਉ ਜਾਣੈ, ਪਰ ਮਨ ਦੀ ਖੇਡ ਵੀ ਉਹੀ ਬੰਦਾ ਜਾਣ ਸਕਦਾ ਹੈ ਜਿਹੜਾ ਮਨ ਨੂੰ ਜਾਣਨ ਵਾਲਾ ਹੈ। ਬਹੁਤੇ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਦਾ ਮਨ ਕਿਹੜੇ ਪਾਸੇ ਤੁਰਦਾ ਜਾ ਰਿਹਾ। ਮਨ ਦੀ ਖੇਡ ਹੀ ਨਹੀਂ ਉਹਨਾਂ ਨੂੰ ਪਤਾ ਹੁੰਦੀ। ਇਸ ਕਰਕੇ ਬਾਬਾ ਫਰੀਦ ਇੱਕ ਹਵਾਲਾ ਦਿੰਦੇ ਨੇ, ਆਪਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਤੂੰ ਤੇ ਵੇਖ ਵੀ ਤੇਰਾ ਮਨ ਕੀ ਕਰਦਾ ਪਿਆ ਹੈ। ਤੈਨੂੰ ਇਹ ਤੇ ਬੜਾ ਫਿਕਰ ਹੈ ਵੀ ਦੂਜਾ ਕੀ ਕਰਦਾ ਪਿਆ, ਤੀਜਾ ਕੀ ਕਰਦਾ ਪਿਆ। ਤੈਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਵੀ ਤੇਰਾ ਮਨ ਕੀ ਕਰਦਾ ਪਿਆ। ਔਰ ਇਹ ਪ੍ਰਚਲਿਤ ਸੱਚਾਈ ਹੈ, ਭਾਵੇਂ ਉਹ ਮਾਤਾ ਪਿਤਾ ਹੋਵੇ, ਭਾਵੇਂ ਸਕੂਲ ਦਾ ਟੀਚਰ ਹੋਵੇ, ਤੇ ਭਾਵੇਂ ਧਾਰਮਿਕ ਟੀਚਰ ਹੋਵੇ। ਜਿੰਨੀਆਂ ਮਰਜ਼ੀ ਕੋਈ ਮਤਾਂ ਦੇ ਦੇਵੇ, ਕੋਈ ਨਹੀਂ ਸੁਧਰਦਾ। ਬੰਦਾ ਉਦਣ ਹੀ ਸੁਧਰੇਗਾ ਜਿੱਦਣ ਉਹਦਾ ਮਨ ਕਹਿ ਦੇਵੇਗਾ ਨਾ ਵੀ ਛੱਡ ਪਰੇ, ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ, ਉਦਣ ਹੀ ਬੰਦਾ ਸੁਧਰੇਗਾ।
ਸਾਰੇ ਜਾਣੇ ਸਿਰ ਮਾਰਦੇ ਰਹਿੰਦੇ ਨੇ ਵੀ ਛੱਡ ਦੇ, ਨਸ਼ਾ ਨਹੀਂ ਛੱਡਦਾ। ਇੱਕ ਦਿਨ ਉਹਦਾ ਮਨ ਕਰ ਪੈਂਦਾ ਵੀ ਛੱਡ ਦੇਣਾ, ਬਸ ਫਿਰ ਮੂੰਹ ਵੀ ਨਹੀਂ ਲਾਉਂਦਾ ਉੱਧਰ ਦੀਆਂ ਚੀਜ਼ਾਂ ਨੂੰ। ਬੜੇ ਵਿਰਲੇ ਬੰਦੇ ਨੇ ਜਿਹੜੇ ਮਨ ਦੇ ਭੇਦ ਨੂੰ ਜਾਣਦੇ ਨੇ। ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਿਲਮਾਵੈ। ਤੇ ਜੇ ਕਿਤੇ ਮਨ ਰੱਬ ਨੂੰ ਮਿਲਣ ਦੇ ਬਾਰੇ ਸੋਚੇ ਤੇ ਮਨ ਇਹ ਨਾ ਕਹਿਣ ਲੱਗ ਪਵੇ ਫਿਰ ਵੀ ਕੋਈ ਨਹੀਂ ਕੱਲ ਮਿਲਾਂਗੇ। ਮਤ ਕੋਈ ਮਨ ਮਿਲਤਾ ਬਿਲਮਾਵੇ, ਦੇਰ ਨਾ ਲਾਵੇ ਫਿਰ ਇਸ ਪਾਸੇ। ਜੇ ਸੇਵਾ ਕਰਨ ਨੂੰ ਜੀ ਕਰਦਾ ਪਿਆ ਤੇ ਇਹ ਨਾ ਸੋਚੀਏ ਵੀ ਗਾਂ ਦੇਣ ਆਵੇਗਾ ਤੇ ਫਿਰ ਸੇਵਾ ਕਰਨੀ। ਜੇ ਪਾਠ ਕਰਨ ਨੂੰ ਜੀ ਕਰਦਾ ਪਿਆ ਤੇ ਇਹਨੂੰ ਸੋਚੀਏ ਵੀ ਕੱਲ ਸ਼ੁਰੂ ਕਰਾਂਗੇ। ਦੇਰ ਨਹੀਂ ਲਾਉਣੀ। ਮਤ ਮਿਲਤਾ ਬਿਲਮਾਵੇ, ਮਿਲਣ ਲੱਗਿਆਂ ਦੇਰ ਨਾ ਲਾਵੇ। ਮਗਨ ਭਇਆ ਤੇ ਸੋ ਸੱਚ ਪਾਵੇ। ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਗਨ ਹੋ ਜਾਂਦਾ ਹੈ, ਭਾਵ ਕਿ ਇਸ ਸੇਵਾ ਦੇ ਵਿੱਚ, ਬੰਦਗੀ ਦੇ ਵਿੱਚ ਮਗਨ ਹੋ ਜਾਂਦਾ ਹੈ, ਸੋ ਸੱਚ ਪਾਵੇ। ਉਹ ਫਿਰ ਜਿਹੜਾ ਬੰਦਾ ਹੈ ਉਹ ਸੱਚ ਨੂੰ, ਵਾਹਿਗੁਰੂ ਨੂੰ ਪਾ ਲੈਂਦਾ ਹੈ। ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ। ਸਾਡਾ ਕੰਮ ਸਰੀਰ ਦੇ ਨਾਲ ਨਹੀਂ ਹੈ ਉਹਨਾਂ ਜਿੰਨਾ ਸਾਡਾ ਕੰਮ ਮਨ ਦੇ ਨਾਲ ਹੈ। ਹਾਲਾਂਕਿ ਮਨ ਸਰੀਰ ਦੇ ਵਿੱਚ ਹੀ ਵੱਸਦਾ ਹੈ, ਸਰੀਰ ਤੋਂ ਬਿਨਾਂ ਇਹਦੀ ਹੋਂਦ ਨਹੀਂ ਹੈ। ਸਾਡਾ ਸਾਰਾ ਕੰਮ ਮਨ ਦੇ ਨਾਲ ਹੈ ਵੀ ਮਨ ਕੀ ਕਹਿ ਰਿਹਾ ਹੈ। ਮਨ ਸਾਧੇ ਸਿੱਧ ਹੋਏ, ਜਿਹਨੇ ਮਨ ਨੂੰ ਸਾਧ ਲਿਆ ਉਹਦੀ ਸਿੱਧੀ ਹੋ ਗਈ, ਸਫਲਤਾ ਹੋ ਗਈ ਉਹਦੀ। ਜਿਹੜਾ ਮਨ ਕੰਟਰੋਲ ਕਰ ਗਿਆ ਉਹ ਬੰਦਾ ਸਿੱਧ ਬਣ ਗਿਆ ਹੈ। ਮਨ ਹੀ ਮਨ ਸਿਓ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਏ। ਤੇ ਜੇ ਮਨ ਸਿੱਧ ਹੋ ਗਿਆ ਫਿਰ ਮਨ ਜਿਹੜਾ ਹੈ ਨਾ, ਉਹੀ ਮਨ ਨੂੰ ਆਖਦਾ ਵੀ ਇਹ ਤੇ ਕਮਾਲ ਦੀ ਚੀਜ਼ ਹੈ। ਭਾਵ ਕੀ ਹੈ, ਮਨ ਜਿਹੜਾ ਹੈ ਨਾ, ਕੰਮ ਸਾਡਾ ਸਾਰਾ ਮਨ ਦੇ ਨਾਲ ਹੀ ਹੈ। ਜਿਹੋ ਜਿਹਾ ਮਨ ਆਪਣੇ ਆਪ ਨੂੰ ਮੰਨ ਲੈਂਦਾ ਹੈ ਉਹੋ ਜਿਹਾ ਮਨ ਹੋ ਜਾਂਦਾ ਹੈ। ਸਾਧੂ ਨੂੰ ਮਨ ਰੱਬ ਲੱਗਦਾ ਹੈ ਤੇ ਜਿਹੜਾ ਵਿਕਾਰੀ ਹੈ ਉਹਨੂੰ ਵਿਕਾਰ ਲੱਗਦਾ ਹੈ ਮਨ। ਅੱਗੇ ਗੱਲ ਆਵੇਗੀ। ਮਨ ਵਰਗਾ ਕੋਈ ਵੀ ਨਹੀਂ ਹੈ। ਮਨ ਇੱਕ ਫੋਰਸ ਹੈ, ਜਿਸ ਪਾਸੇ ਲੱਗਣ ਲੱਗ ਪਏ ਨੇ ਉਸ ਪਾਸੇ ਜ਼ੋਰ ਲਾਈ ਜਾਣਾ ਬਸ। ਇਸ ਕਰਕੇ ਮਨਸਾ ਮਿਲਿਆ ਨਾ ਕੋਏ। ਮਨ ਵਰਗਾ ਹੋਰ ਕੋਈ ਮਿੱਤਰ ਸਾਡਾ ਹੈ ਵੀ ਨਹੀਂ ਤੇ ਮਨ ਵਰਗਾ ਵੈਰੀ ਵੀ ਸਾਡਾ ਕੋਈ ਨਹੀਂ। ਅਗਲੀ ਗੱਲ, ਇਹ ਮਨ ਸ਼ਕਤੀ, ਇਹ ਮਨ ਸੀਓ। ਜੇ ਮਨ ਮਟੀਰੀਅਲ ਦੇ ਨਾਲ ਜੁੜ ਗਿਆ ਤਾਂ ਮਨ ਨੂੰ ਮਟੀਰੀਅਲ ਹੀ ਲੱਗੀ ਜਾਣਾ ਵੀ ਸਾਰਾ ਕੁਝ ਮਟੀਰੀਅਲ ਹੀ ਹੈ ਤੇ ਮੈਂ ਵੀ ਉਹਦੇ ਵਿੱਚ ਇੱਕ ਮਟੀਰੀਅਲ ਹੀ ਹਾਂ। ਮਨ ਨੂੰ ਪਦਾਰਥ ਹੀ ਸਾਰਾ ਕੁਝ ਸੱਚ ਲੱਗੀ ਜਾਂਦਾ। ਇਹ ਮਨ ਸੀਓ। ਮਨ ਨੂੰ ਜੇ ਰੱਬ ਵਾਲਾ ਪਾਸਾ ਚੰਗਾ ਲੱਗ ਗਿਆ ਤੇ ਮਨ ਸ਼ਿਵ ਰੂਪ ਹੋ ਜਾਂਦਾ ਹੈ। ਮਨ ਨੂੰ ਆਤਮਾ ਵਾਲਾ ਪਾਸਾ ਚੰਗਾ ਲੱਗਣ ਲੱਗ ਪੈਂਦਾ। ਮਨ ਜੁੜਿਆ ਕਿੱਥੇ ਹੈ? ਇਹ ਮਨ ਪੰਚ ਤੱਤ ਕੋ ਜੀਓ। ਤੇ ਜਿਹੜੇ ਪੰਜ ਤੱਤ ਸਾਡੇ ਅੰਦਰ, ਜਿਹਦੇ ਤੋਂ ਸਾਡਾ ਸਰੀਰ ਬਣਦਾ ਹੈ, ਇਹ ਉਹਨਾਂ ਦਾ ਜੀਵਨ ਵੀ ਹੈ, ਉਹਨਾਂ ਦਾ ਸੁਭਾਅ ਵੀ ਲੈ ਕੇ ਚੱਲਦਾ ਹੈ। ਮਨ ਜਾਂ ਤੇ ਪੰਜ ਤੱਤਾਂ ਦੇ ਨਾਲ ਜੁੜਿਆ ਹੈ, ਜਾਂ ਮਨ ਮਟੀਰੀਅਲ ਦੇ ਨਾਲ ਜੁੜਿਆ ਹੈ, ਜਾਂ ਮਨ ਆਤਮਾ ਦੇ ਨਾਲ ਜੁੜਿਆ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਜੀ ਚੀਜ਼ ਦੇ ਨਾਲ ਮਨ ਜੁੜਿਆ ਹੀ ਹੋਵੇਗਾ। ਇਹ ਮਨ ਲੇ ਜੋ ਉਨ ਮਨ ਰਹੇ। ਜੇ ਇਸ ਮਨ ਨੂੰ ਉੱਚਾ ਕਰ ਲਵੇ ਥੋੜਾ ਜਿਹਾ, ਭਾਵ ਕਿ ਮਟੀਰੀਅਲ ਤੋਂ ਉੱਤੇ ਲੈ ਜਾਵੇ, ਤੱਤਾਂ ਦੀ ਖੇਡ ਤੋਂ ਉੱਤੇ ਲੈ ਜਾਵੇ, ਜੋ ਉਨ ਮਨ ਰਹੇ, ਅਨੁਭਵ ਵਾਲੀ ਅਵਸਥਾ ਦੇ ਵਿੱਚ ਜੀਵੇ ਤੇ ਫਿਰ ਗਿਆਨ ਦੀ ਅਵਸਥਾ ਦੇ ਵਿੱਚ ਜੀਵੇ, ਤਾਂ ਤੀਨ ਲੋਕ ਕੀ ਬਾਤੈ ਕਹੈ। ਫਿਰ ਇਹੀ ਮਨ ਜਿਹੜਾ ਹੈ ਨਾ, ਉਹ ਤਿੰਨਾਂ ਲੋਕਾਂ ਦੀਆਂ, ਭਾਵ ਕਿ ਸਾਰੇ ਸੰਸਾਰ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਹੈ। ਇਹ ਮਨ ਹੀ ਏਡੀ ਤਾਕਤ ਵਾਲਾ ਹੈ। ਆਉਣ ਵਾਲੇ ਸਮੇਂ ਦੀ, ਬੀਤ ਚੁੱਕੇ ਸਮੇਂ ਦੀ ਜਾਣਕਾਰੀ ਇਹ ਮਨ ਰੱਖਣ ਲੱਗ ਪੈਂਦਾ ਹੈ। ਤਿੰਨਾਂ ਲੋਕਾਂ ਦੇ ਵਿੱਚ ਕੀ ਵਾਪਰਦਾ ਹੈ ਉਹਦੀ ਜਾਣਕਾਰੀ ਰੱਖਣ ਲੱਗ ਪੈਂਦਾ ਹੈ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਹੋ ਜਾਣਾ, ਮਾਲਕ ਦੀ ਜਾਣਕਾਰੀ ਵਾਲਾ ਹੋ ਜਾਣਾ। ਪਰ ਇਹ ਤਾਂ ਹੁੰਦਾ ਹੈ ਜੇ ਮਨ ਉੱਚਾ ਚਲਾ ਜਾਵੇ। ਤੇ ਜਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ। ਬਾਬਾ ਕਬੀਰ ਕਹਿੰਦੇ ਨੇ, ਯਈਆ ਅੱਖਰ ਇਹ ਸਮਝਾਉਂਦਾ ਪਿਆ ਹੈ, ਜੇ ਤੂੰ ਕੁਝ ਜਾਣਦਾ ਹੈ ਤੇ ਫਿਰ ਕੀ ਜਾਣਦਾ ਹੈ? ਦੁਰਮਤ ਹਨ, ਆਪਣੇ ਅੰਦਰੋਂ ਦੁਰਮਤ ਦੀ ਹੱਤਿਆ ਕਰ ਦੇ, ਮਾੜੀ ਮੱਤ ਨੂੰ ਮਾਰ ਦੇ। ਕਰ ਬਸ ਕਾਇਆ ਗਾਉ। ਗਾਉਂ ਦਾ ਮਤਲਬ ਹੋ ਗਿਆ ਪਿੰਡ। ਆ ਜਿਹੜਾ ਸਰੀਰ ਦਾ ਪਿੰਡ ਹੈ ਨਾ, ਤੇਰਾ ਸਰੀਰ ਨਗਰ ਹੈ, ਇਹਨੂੰ ਵਸ ਦੇ ਵਿੱਚ ਕਰ। ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਭਾਈ ਸੂਰਮਾ ਤੇਰਾ ਨਾਂ ਤਦ ਹੀ ਰੱਖਿਆ ਜਾਵੇਗਾ ਜੇ ਤੂੰ ਜੰਗ ਦੇ ਮੈਦਾਨ ਦੇ ਵਿੱਚ ਆਇਆ ਹੈ ਤੇ ਭੱਜ ਕੇ ਨਹੀਂ ਗਿਆ। ਜਿਹੜਾ ਭੱਜ ਗਿਆ ਉਹਨੂੰ ਤੇ ਕਾਇਰ ਕਹਿੰਦੇ ਨੇ। ਸੂਰਮਾ ਉਹਨੂੰ ਕਹਿੰਦੇ ਨੇ ਜਿਹੜਾ ਸਾਹਮਣੇ ਹੋ ਕੇ ਲੜ ਗਿਆ। ਤੂੰ ਹੁਣ ਜੰਗ ਦੇ ਮੈਦਾਨ ਦੇ ਵਿੱਚ ਹੈ, ਇਸ ਦੁਨੀਆ ਦੇ ਵਿੱਚ ਆਇਆ ਹੋਇਆ ਹੈ ਤੇ ਆਪਣੇ ਸਰੀਰ ਦੇ ਅੰਦਰੋਂ ਔਗਣ ਖਤਮ ਕਰ, ਤਾਂ ਹੀ ਸੂਰਮਾ ਅਖਵਾਏਗਾ। ਜਿਹਨੂੰ ਅਸੀਂ ਪੜ੍ਹਦੇ ਹਾਂ ਨਾ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਇਹ ਹੈ ਵੀ ਅੰਦਰੋਂ ਔਗਣ ਖਤਮ ਕਰ, ਛੱਡ ਕੇ ਨਾ ਭੱਜ ਜਾ ਵੀ ਨਹੀਂ ਮੇਰੇ ਕੋਲੋਂ ਕਿੱਥੇ ਖਤਮ ਹੋਣੇ ਨੇ। ਇਹ ਤੇ ਉਹ ਗੱਲ ਹੋ ਗਈ ਵੀ ਸੂਰਮਾ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ। ਜਿਹੜਾ ਭੱਜ ਗਿਆ ਉਹਦੇ ਕਾਇਰ ਹੋ ਗਿਆ।
ਇਸ ਕਰਕੇ ਰਣ ਰੂਤੋ, ਹੁਣ ਜੰਗ ਦੇ ਮੈਦਾਨ ਦੇ ਵਿੱਚ ਰੁੱਝਿਆ ਹੋਵੇਂਗਾ, ਭਾਜੈ ਨਹੀਂ। ਜੇ ਤੂੰ ਭੱਜਦਾ ਨਹੀਂ ਹੈ, ਦੌੜਦਾ ਨਹੀਂ ਹੈ ਨਾ, ਸੂਰੋ ਥਾਰੋ ਨਾਉ, ਫਿਰ ਤੇਰਾ ਨਾਂ ਸੂਰਮਾ ਹੈ। ਤੂੰ ਔਗਣ ਖਤਮ ਕਰ ਆਪਣੇ ਸਰੀਰ ਦੇ। ਰਾਰਾ ਰਸ ਨਿਰਸ ਕਰ ਜਾਣਿਆ, ਜਿਹੜੀਆਂ ਚੀਜ਼ਾਂ ਬੜੀਆਂ ਟੇਸਟੀ ਲੱਗਦੀਆਂ ਨੇ ਮਨ ਨੂੰ ਜਾਂ ਜ਼ੁਬਾਨ ਨੂੰ, ਬਾਬਾ ਕਬੀਰ ਕਹਿੰਦੇ ਜਿਸ ਬੰਦੇ ਨੇ ਉਹਨਾਂ ਨੂੰ ਟੇਸਟਲੈਸ ਕਰਕੇ ਜਾਣ ਲਿਆ ਹੈ, ਰਸ ਤੋਂ ਬਿਨਾਂ ਜਾਣ ਲਿਆ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ। ਹੋਏ ਨਿਰਸ ਸੋ ਰਸ ਪਹਿਚਾਨਿਆ, ਫਿਰ ਬੰਦੇ ਨੇ ਇਹਨਾਂ ਰਸਾਂ ਤੋਂ ਉੱਤੇ ਉੱਠ ਕੇ ਤੇ ਅਸਲੀ ਰਸ ਜਿਹੜਾ ਵਾਹਿਗੁਰੂ ਹੈ ਉਹਨੂੰ ਪਹਿਚਾਨ ਲਿਆ ਹੈ। ਰਸ ਦਾ ਮਤਲਬ ਕੀ ਹੈ? ਟੇਸਟ। ਵਾਹਿਗੁਰੂ ਆਨੰਦ ਹੀ ਤੇ ਹੈ। ਇਹ ਰਸ ਛਾੜੇ ਉਹ ਰਸ ਆਵਾ, ਭਾਈ ਇਹ ਚੀਜ਼ਾਂ ਇਹੋ ਜਿਹੇ ਜਿਹੜੇ ਚਸਕੇ ਸੀ ਇਹ ਛੱਡੇ ਤੇ ਮਾਲਕ ਦੇ ਨਾਮ ਦਾ ਸਵਾਦ ਆਇਆ। ਅਜੇ ਬਾਕੀ ਹੋਰ ਚਸਕੇ ਹੀ ਨਹੀਂ ਛੁੱਟਦੇ। ਨੀਂਦ ਛੁੱਟੇਗੀ ਤੇ ਅੰਮ੍ਰਿਤ ਵੇਲਾ ਹੋਵੇਗਾ। ਉਹ ਜੇ ਨੀਂਦ ਛੱਡਣ ਦਾ ਚਸਕਾ ਨਹੀਂ ਛੁੱਟਦਾ, ਇਸ ਕਰਕੇ ਅੰਮ੍ਰਿਤ ਵੇਲੇ ਦਾ ਰਸ ਆਉਂਦਾ ਵੀ ਨਹੀਂ ਸਾਨੂੰ। ਇਹ ਰਸ ਛਾੜੇ ਉਹ ਰਸ ਆਵਾ, ਇਹ ਛੱਡਿਆ ਤੇ ਉਸ ਮਾਲਕ ਦੇ ਨਾਮ ਦਾ ਰਸ ਆ ਗਿਆ। ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਤੇ ਜਦੋਂ ਨਾਮ ਦਾ ਰਸ ਪੀ ਲਿਆ ਫਿਰ ਆ ਦੁਨੀਆ ਵਾਲੇ ਰਸ ਉੱਦਾਂ ਹੀ ਨਹੀਂ ਚੰਗੇ ਲੱਗੇ। ਤੇ ਜਿਹੜੀ ਚੰਗੀ ਨਹੀਂ ਲੱਗਦੀ ਚੀਜ਼ ਬੰਦਾ ਉਧਰ ਜਾਂਦਾ ਹੀ ਨਹੀਂ। ਅਜੇ ਰੱਬ ਵਾਲਾ ਪਾਸਾ ਨਹੀਂ ਚੰਗਾ ਲੱਗਦਾ ਪਿਆ, ਇਸ ਕਰਕੇ ਰੱਬ ਵੱਲ ਨਹੀਂ ਜਾਂਦੇ। ਜਦੋਂ ਦੁਨੀਆ ਵਾਲਾ ਪਾਸਾ ਨਹੀਂ ਚੰਗਾ ਲੱਗੇਗਾ ਫਿਰ ਆਪੇ ਦੁਨੀਆ ਤੋਂ ਉੱਤੇ ਹੋ ਗਏ। ਲੱਲਾ ਐਸੇ ਲਿਵ ਮਨ ਲਾਵੇ, ਜਿਸ ਬੰਦੇ ਦਾ ਧਿਆਨ ਲਿਵ ਜਿਹੜੀ ਹੈ ਨਾ ਉਹ ਮਨ ਇੱਦਾਂ ਲਾਉਣ ਲੱਗ ਪੈਂਦਾ ਹੈ ਵੀ ਹੋਰ ਕਿਸੇ ਪਾਸੇ ਧਿਆਨ ਉਹਦਾ ਜਾਂਦਾ ਹੀ ਨਹੀਂ। ਅੰਤ ਨਾ ਜਾਏ ਪਰਮ ਸੱਚ ਪਾਵੇ, ਉਹ ਬੰਦਾ ਫਿਰ ਕਿਸੇ ਹੋਰ ਪਾਸੇ ਮਨ ਨਹੀਂ ਲੈ ਕੇ ਜਾਂਦਾ, ਉਹ ਮਾਲਕ ਨੂੰ ਪਾ ਲੈਂਦਾ ਹੈ। ਅਰ ਜੋ ਤਹਾ ਪ੍ਰੇਮ ਲਿਵ ਲਾਵੇ, ਤੇ ਜੇ ਕਿਤੇ ਲਗਾਤਾਰ ਉਹਦੀ ਲਿਵ ਜੁੜੀ ਵੀ ਰਵੇ। ਲਿਵ ਦੇ ਵੀ ਕਨਸੈਪਟ ਹੁੰਦੇ ਨੇ, ਇਹ ਕਦੀ ਕਦੀ ਜੁੜਦੀ ਹੈ, ਕਦੀ ਟੁੱਟ ਜਾਂਦੀ ਹੈ। ਫਕੀਰ ਦੀ ਸਾਧੂ ਦੀ ਸਦਾ ਹੀ ਜੁੜੀ ਰਹਿੰਦੀ ਹੈ। ਅਰ ਜੋ ਤਹਾ ਪ੍ਰੇਮ ਲਿਵ ਲਾਵੇ ਤਉ ਅੱਲਾ ਲਹੈ ਲਹਿ ਚਰਨ ਸਮਾਵੇ, ਤੇ ਫਿਰ ਉਹ ਲਗਾਤਾਰ ਲਿਵ ਜੁੜੀ ਰਹੀ ਤੇ ਰੱਬ ਨੂੰ ਪਾ ਲੈਂਦਾ ਹੈ ਤੇ ਉਹਦੇ ਚਰਨਾਂ ਦੇ ਵਿੱਚ ਸਮਾ ਜਾਂਦਾ ਹੈ। ਵਵਾ ਬਾਰ ਬਾਰ ਬਿਸ਼ਨ ਸਮਾਰ, ਵਾਰ ਵਾਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਬਾਰ ਬਾਰ ਹਰ ਕੇ ਗੁਣ ਗਾਓ, ਜਿੰਨੀ ਵਾਰ ਵੀ ਹੋ ਸਕੇ ਦਿਨ 'ਚ, ਗਿਣਤੀ ਨਹੀਂ ਕੋਈ। ਬਿਸ਼ਨ ਸਮਾਰ ਨਾ ਆਵੈ ਹਾਰ, ਵਾਹਿਗੁਰੂ ਨੂੰ ਚੇਤੇ ਕਰੇਗਾ ਤੇ ਭਾਈ ਤੂੰ ਜ਼ਿੰਦਗੀ ਨੂੰ ਹਾਰੇਗਾ ਨਹੀਂ। ਬਲ ਬਲ ਜੇ ਬਿਸੰਤ ਨਾ ਜਸ ਗਾਵੇ, ਮਹਾਰਾਜ ਕਹਿੰਦੇ ਨੇ ਮੈਂ ਉਸ ਭਗਤ ਤੋਂ ਬਲਿਹਾਰ ਜਾਂਦਾ ਹਾਂ ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਵਿਸ਼ਨ ਮਿਲੇ ਸਭ ਹੀ ਸੱਚ ਪਾਵੇ, ਜਿਹਨੂੰ ਵਾਹਿਗੁਰੂ ਮਿਲ ਗਿਆ ਉਹ ਸਾਰਾ ਸੱਚ ਪਾ ਲੈਂਦਾ ਹੈ। ਵਾਹ ਵਾਹ ਵਾਹੀ ਜਾਨੀਐ ਵਾਹ ਜਾਣੇ ਇਹ ਹੋਏ, ਉਸ ਮਾਲਕ ਨੂੰ ਹੀ ਜਾਣਨਾ ਚਾਹੀਦਾ ਹੈ। ਜਿਹੜਾ ਉਸ ਮਾਲਕ ਨੂੰ ਜਾਣ ਲੈਂਦਾ ਹੈ ਇਹ ਜੀਵ ਉਸ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਇਹ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੈ ਕੋਏ, ਇਹ ਬੜੇ ਬੜੇ ਸੂਖਮ ਜਿਹੇ ਸ਼ਬਦ ਨੇ। ਇਹ ਤੇ ਉਹ, ਇਹਦਾ ਮਤਲਬ ਹੋ ਗਿਆ ਆ ਜਿਹੜਾ ਆਪਣਾ ਆਪਾ ਹੈ ਸਾਡਾ, ਉਹ ਹੋ ਗਿਆ ਅਕਾਲ ਪੁਰਖ ਵਾਹਿਗੁਰੂ। ਇਹ ਤੇ ਉਹ ਜਦੋਂ ਮਿਲ ਜਾਂਦੇ ਨੇ ਤਬ ਮਿਲਤ ਨਾ ਜਾਣੈ ਕੋਏ, ਇਹ ਇਦਾਂ ਮਿਲ ਜਾਂਦੇ ਨੇ ਵੀ ਦੋਵਾਂ ਦੇ ਵਿੱਚ ਵਿਥ ਨਹੀਂ ਕੋਈ ਪਾ ਸਕਦਾ। ਰਾਮ ਕਬੀਰਾ ਏਕ ਪਏ ਹੈ ਕੋਏ ਨਾ ਸਕੈ ਪਛਾਨੀ, ਜੀਵ ਆਤਮਾ ਤੇ ਪਰਮਾਤਮਾ ਜਦੋਂ ਮਿਲ ਜਾਂਦੇ ਨੇ ਤਬ ਮਿਲਤ ਨਾ ਜਾਣੈ ਕੋਏ, ਇਹਨਾਂ ਦੇ ਵਿੱਚੋਂ ਕੋਈ ਭੇਦ ਨਹੀਂ ਕਰ ਸਕਦਾ ਵੀ ਵੱਖਰਾ ਕਿਹੜਾ ਹੈ। ਫਿਰ ਅਗਲੀ ਗੱਲ, ਸੱਸਾ ਸੋ ਨੀਕਾ ਕਰ ਸੋਧੋ, ਭਾਈ ਉਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਨ ਦੇ ਵਿੱਚ ਲੈ ਕੇ ਆਓ, ਠੀਕ ਕਰਕੇ ਮਨ ਦੇ ਵਿੱਚ ਲੈ ਕੇ ਆਓ। ਕਿਹੜੀਆਂ ਚੀਜ਼ਾਂ ਨੂੰ? ਜਿਹੜੀਆਂ ਰੱਬ ਦੇ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ। ਘਟ ਪਰਚਾ ਕੀ ਬਾਤ ਨਿਰੋਧੋ, ਜਿਹਦੇ ਨਾਲ ਰੱਬ ਦੇ ਵੱਲ ਸਾਡਾ ਪਰਚਾ ਹੋ ਜਾਵੇ। ਪਰਚਾ ਦਾ ਮਤਲਬ ਹੁੰਦਾ ਹੈ ਪਰਿਚੈ, ਜਾਣਕਾਰੀ। ਜਿਹਦੇ ਨਾਲ ਸਾਡੀ ਰੱਬ ਵੱਲ ਜਾਣਕਾਰੀ ਵੱਧ ਜਾਵੇ, ਉਹਨਾਂ ਨੂੰ ਦਿਲ ਦੇ ਵਿੱਚ ਲੈ ਕੇ ਆਓ। ਪਰ ਉਹਨਾਂ ਬਾਤਾਂ ਨੂੰ, ਉਹਨਾਂ ਗੱਲਾਂ ਨੂੰ ਰੋਕ ਦਿਓ ਜਿਹੜੀਆਂ ਗੱਲਾਂ ਸਾਨੂੰ ਇਸ ਪਾਸੇ ਨਹੀਂ ਆਉਣ ਦਿੰਦੀਆਂ। ਘਟ ਪਰਚੈ ਜੋ ਉਪਜੈ ਭਾਉ, ਜਿਹਦਾ ਦਿਲ ਤੋਂ ਮਾਲਕ ਦੇ ਨਾਲ ਪਿਆਰ ਪੈ ਗਿਆ ਹੈ ਤੇ ਜਿਹਦੇ ਬੰਦੇ ਦੇ ਅੰਦਰ ਵਾਹਿਗੁਰੂ ਦਾ ਪਿਆਰ ਜਾਗਦਾ ਹੈ। ਪੂਰ ਰਹਿਆ ਤਹਿ ਤ੍ਰਿਭਵਨ ਰਾਉ, ਅਕਾਲ ਪੁਰਖ ਵਾਹਿਗੁਰੂ ਉਹਨੂੰ ਹਰ ਪਾਸੇ ਵਿਆਪਕ ਫਿਰ ਨਜ਼ਰ ਆਉਂਦਾ ਹੈ। ਖੱਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ, ਜੇ ਕੋਈ ਰੱਬ ਵਾਲੇ ਰਸਤੇ ਦੇ ਉੱਤੇ ਉਹਨੂੰ ਖੋਜਣ ਦੇ ਲਈ ਤੁਰ ਵੀ ਪਵੇ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਜੇ ਤੁਰ ਵੀ ਪਵੇ
ਤੇ ਬਾਬਾ ਕਬੀਰ ਕਹਿੰਦੇ ਨੇ ਜਿਹੜਾ ਵੀ ਉਸ ਰੱਬ ਨੂੰ ਖੋਜਦਾ ਹੈ ਨਾ, ਸੋ ਬਹੁਰ ਨਾ ਹੋਈ। ਉਹ ਪਹਿਲਾਂ ਵਰਗਾ ਨਹੀਂ ਰਹਿੰਦਾ, ਜਿਹੋ ਜਿਹਾ ਉਹ ਤੁਰਨ ਲੱਗਿਆ ਸੀ ਉਹੋ ਜਿਹਾ ਨਹੀਂ ਰਹਿੰਦਾ, ਰੱਬ ਦਾ ਰੂਪ ਹੋ ਜਾਂਦਾ ਹੈ। ਖੋਜ ਬੂਝ ਜੋ ਕਰੈ ਵਿਚਾਰਾ, ਜੇ ਕਿਤੇ ਬੰਦਾ ਰੱਬ ਨੂੰ ਖੋਜ ਲਵੇ, ਬੁੱਝ ਲਵੇ, ਸਮਝ ਲਵੇ ਤੇ ਇਦਾਂ ਦੀ ਵਿਚਾਰ ਕਰਦਾ ਰਵੇ, ਤਉ ਭਵਜਲ ਤਰਤ ਨਾ ਲਾਵੈ ਬਾਰਾ। ਤੇ ਫਿਰ ਸੰਸਾਰ ਸਮੁੰਦਰ ਨੂੰ ਪਾਰ ਹੋਣ ਲੱਗਿਆ ਦੇਰ ਨਹੀਂ ਲਾਉਂਦਾ ਉਹ ਬੰਦਾ, ਜਿਉਂਦਿਆਂ ਜੀ ਪਾਰ ਹੋ ਜਾਂਦਾ ਹੈ। ਸੱਸਾ ਸੋ ਸਹਿਸੇਜ ਸਵਾਰੈ। ਸਹਿਸੇਜ ਦਾ ਮਤਲਬ ਹੋ ਗਿਆ ਇਸ ਦਿਲ ਦੇ ਵਿੱਚ ਮਾਲਕ ਨੇ ਆ ਕੇ ਵਸਣਾ ਹੈ। ਤੇ ਜਿੱਦਾਂ ਕੋਈ ਰਿਸ਼ਤੇਦਾਰ ਆਉਣਾ ਹੋਵੇ ਤੇ ਅਸੀਂ ਬੈੱਡ ਬਣਾਉਂਦੇ ਹਾਂ, ਪਹਿਲਾਂ ਉਹਦੇ ਲਈ ਸੌਣ ਦੇ ਲਈ ਪ੍ਰਬੰਧ ਕਰਦੇ ਹਾਂ। ਮਾਲਕ ਨੇ ਆਉਣਾ ਹੈ ਤੇ ਉਹਦੇ ਆਉਣ ਦੇ ਲਈ ਅਸੀਂ ਦਿਲ ਤਿਆਰ ਕਰਦੇ ਹਾਂ ਵੀ ਇਸ ਦਿਲ ਦੇ ਵਿੱਚ ਆ ਕੇ ਵਸ ਜਾਵੇ। ਦਾਤਾਰ ਕਹਿੰਦੇ ਜਿਹੜੀ ਜੀਵ ਇਸਤਰੀ ਮਾਲਕ ਦੇ ਆਉਣ ਤੋਂ ਪਹਿਲਾਂ ਆਪਣਾ ਦਿਲ ਤਿਆਰ ਕਰਦੀ ਹੈ ਵੀ ਇੱਥੇ ਆ ਕੇ ਮਾਲਕ ਵਸ ਜਾਵੇ, ਸੋਈ ਸਹੀ ਸੰਦੇਹ ਨਿਵਾਰੈ। ਉਹੀ ਜੀਵ ਇਸਤਰੀ ਆਪਣੇ ਅੰਦਰੋਂ ਸ਼ੱਕ ਕੱਢ ਸਕਦੀ ਹੈ। ਜਿਹਨੇ ਰਿਸ਼ਤੇਦਾਰ ਆਉਣ ਤੋਂ ਪਹਿਲਾਂ ਕਮਰਾ ਸਾਫ਼ ਕਰ ਲਿਆ ਹੈ, ਉਹਦੇ ਕਮਰਾ ਸਾਫ਼ ਹੋਵੇਗਾ ਨਾ। ਰੱਬ ਦੇ ਆਉਣ ਤੋਂ ਪਹਿਲਾਂ ਜਿਹਨੇ ਦਿਲ ਸਾਫ਼ ਕਰ ਲਿਆ ਹੈ, ਉਹਦੇ ਅੰਦਰੋਂ ਹੀ ਵਹਿਮ ਦੂਰ ਹੋਣਗੇ। ਫਿਰ ਅਲਪ ਸੁਖ ਛਾੜ ਪਰਮ ਸੁਖ ਪਾਵਾ। ਉਹਨੇ ਆ ਛੋਟੇ ਮੋਟੇ ਜਿਹੜੇ ਸੁੱਖ ਸੀ ਨਾ, ਜਿਹਦੇ ਵਿੱਚ ਕਦੀ ਮਨ ਲੱਗ ਜਾਂਦਾ ਹੈ, ਕਦੀ ਤਨ ਲੱਗ ਜਾਂਦਾ ਹੈ, ਇਹ ਛੱਡ ਦਿੱਤੇ ਤੇ ਪਰਮ ਸੁਖ ਪਾਵਾ, ਉੱਚਾ ਸੁਖ ਪਾ ਲੈਂਦਾ ਹੈ। ਤਬ ਇਹ ਤਰੀ ਉਹ ਕੰਤ ਕਹਾਵਾ। ਫਿਰ ਇਹ ਜੀਵ ਇਸਤਰੀ ਰੱਬ ਦਾ ਰੂਪ ਹੋ ਜਾਂਦੀ ਹੈ ਤੇ ਮਾਲਕ ਜਿਹੜਾ ਹੈ ਉਹ ਇਹਦਾ ਪਤੀ ਬਣ ਜਾਂਦਾ ਹੈ, ਭਾਵ ਕਿ ਇਹਨੂੰ ਮਿਲ ਜਾਂਦਾ ਹੈ। ਹਾ ਹਾ ਹੋਤ ਹੋਏ ਨਹੀਂ ਜਾਨਾ। ਇਸ ਸੰਸਾਰ ਦੇ ਵਿੱਚ ਹੋ ਕੇ ਅਸੀਂ ਹੁਣ ਹੋਏ ਪਏ ਹਾਂ, ਸੰਸਾਰ ਦੇ ਵਿੱਚ ਜਨਮ ਲੈ ਰਿਹਾ ਹੈ। ਹੋਏ ਨਹੀਂ ਜਾਨਾ, ਪਰ ਅਸੀਂ ਰੱਬ ਨੂੰ ਤਾਂ ਨਹੀਂ ਜਾਣਿਆ ਹੈ। ਜਿਨੇ ਇਸ ਸੰਸਾਰ ਦੇ ਵਿੱਚ ਪੈਦਾ ਹੋ ਕੇ ਰੱਬ ਨੂੰ ਨਹੀਂ ਜਾਣਿਆ ਹੈ, ਨਾਲ ਜਬ ਹੀ ਹੋਏ ਤਬ ਹੈ ਮਨ ਮਾਨਾ। ਮਨ ਮੰਨਦਾ ਹੀ ਤਾਂ ਹੈ ਜੇ ਕਿਤੇ ਰੱਬ ਨੂੰ ਜਾਣ ਲਵੇ, ਨਹੀਂ ਤੇ ਮਨ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ, ਮਨ ਹੋਰ ਹੀ ਪਾਸੇ ਤੁਰਿਆ ਫਿਰਦਾ ਹੈ ਤਾਂ ਸਹੀ ਲਖੈ ਜੋ ਕੋਈ। ਬਾਬਾ ਕਬੀਰ ਕਹਿੰਦੇ ਹੈਗਾ ਤੇ ਹੈ ਰੱਬ, ਪਰ ਕੋਈ ਮਹਿਸੂਸ ਵੀ ਤੇ ਕਰੇ ਨਾ, ਕੋਈ ਜਾਣੇ ਵੀ ਤੇ ਸਹੀ। ਮੈਂ ਕਹੀ ਜਾਵਾਂ ਰੱਬ ਹੈ, ਤੁਸੀਂ ਵੀ ਕਹੀ ਜੋ ਰੱਬ ਹੈ, ਤੇ ਕਹਿਣ ਦੇ ਨਾਲ ਕੀ ਹੋ ਜਾਵੇਗਾ? ਰੱਬ ਹੋ ਜਾਵੇਗਾ। ਮੈਂ ਕਹਿ ਦੇਵਾਂ ਰੱਬ ਨਹੀਂ ਹੈ, ਦੂਜਾ ਕਹਿ ਦੇਵੇ ਰੱਬ ਨਹੀਂ ਹੈ, ਤੇ ਕੀ ਇਹ ਕਹਿਣ ਦੇ ਨਾਲ ਨਹੀਂ ਹੋਵੇਗਾ? ਇਹ ਮੇਰੇ ਕਹਿਣ ਦੇ ਉੱਤੇ ਤੇ ਗੱਲ ਰੁਕੀ ਨਹੀਂ ਪਈ। ਹੈ ਤਾਂ ਸਹੀ, ਬਾਬਾ ਕਬੀਰ ਕਹਿੰਦੇ ਹੈ ਤੇ ਜ਼ਰੂਰ ਹੈ, ਲਖਿਆ ਜੋ ਕੋਈ, ਪਰ ਕੋਈ ਜਾਣੇ ਵੀ ਤੇ ਸਹੀ ਨਾ ਇਸ ਗੱਲ ਨੂੰ। ਤਬ ਉਹੀ ਉਹ ਇਹ ਨਾ ਹੋਈ। ਫਿਰ ਉਹੀ ਉਹ ਰਹਿ ਜਾਂਦਾ ਹੈ। ਜੇ ਕਿਤੇ ਜਾਣ ਲਿਆ ਫਿਰ ਉਹ ਰੱਬ ਹੀ ਰਹਿ ਗਿਆ ਨਾ, ਫਿਰ ਇਹ ਥੋੜਾ ਰਹਿ ਗਿਆ ਹੈ। ਲਿਉ ਲਿਉ ਕਰਤ ਫਿਰੈ ਸਭ ਲੋਕ। ਭਾਈ ਸਾਰੇ ਲੋਕੀ ਇਹੋ ਹੀ ਕਹਿੰਦੇ ਨੇ ਵੀ ਮੈਂ ਆਹ ਚੀਜ਼ ਲੈ ਲਵਾਂ, ਮੈਂ ਚੀਜ਼ ਛੱਡਾਂ ਕਿਉਂ, ਮੈਂ ਲੈ ਜਾਵਾਂ ਬਸ। ਤਾ ਕਾਰਨ ਵਿਆਪੈ ਬਹੁ ਸੋਗ। ਫਿਰ ਬਾਬਾ ਕਬੀਰ ਕਹਿੰਦੇ ਫਿਰ ਇਸੇ ਕਰਕੇ ਸੋਗ ਵਿਆਪਦੇ ਨੇ, ਕਿਉਂਕਿ ਜਦੋਂ ਬਿਰਤੀ ਹੀ ਲੈਣ ਦੀ ਹੈ ਫਿਰ ਉਹ ਦੂਜੇ ਦੇ ਬਾਰੇ ਥੋੜਾ ਸੋਚਦਾ ਵੀ ਉਹਦੇ ਲਈ ਕੁਝ ਬਚਿਆ ਪਿੱਛੇ ਕਿ ਨਹੀਂ ਬਚਿਆ। ਖੋਹ ਚੱਲਦੀ ਪਈ ਹੈ, ਇੱਕ ਜਣਾ ਜ਼ਿਆਦਾ ਲੈ ਗਿਆ, ਪਿੱਛੇ ਲੜਾਈਆਂ ਪੈ ਗਈਆਂ। ਜੇ ਆਪਣੇ ਹਿੱਸੇ ਦਾ ਲੈ ਕੇ ਜਾਵੇ ਤੇ ਵਰਤੋਂ ਲਈ ਬਾਕੀਆਂ ਦੇ ਲਈ ਵੀ ਛੱਡ ਦੇਵੇ। ਇਸੇ ਕਰਕੇ ਮਹਾਰਾਜ ਨੇ ਵੰਡ ਛਕੋ ਦਾ ਸਿਧਾਂਤ ਦਿੱਤਾ ਵੀ ਜੋ ਤੁਹਾਡੇ ਕੋਲ ਹੈ ਉਹਨੂੰ ਵੰਡਣ ਦੀ ਜਾਚ ਵੀ ਸਿੱਖੋ। ਪਰ ਬਿਲਕੁਲ ਉਲਟ ਚੱਲਦੀ ਹੈ ਦੁਨੀਆ ਵੀ ਦੂਜੇ ਵਾਲਾ ਵੀ ਮੇਰੇ ਕੋਲ ਆ ਜਾਵੇ। ਲਿਓ ਲਿਓ ਕਰਤ ਫਿਰੈ ਸਭ ਲੋਕ, ਤਾ ਕਾਰਨ ਵਿਆਪਿਆ ਬਹੁਤ ਸੋਗ। ਫਿਰ ਚਿੰਤਾ ਹੀ ਹੋਵੇਗੀ ਨਾ, ਦੂਜੇ ਦਾ ਹਿੱਸਾ ਲੈ ਗਿਆ ਤਾਂ ਵੀ ਲੜਾਈ, ਆਪਣਾ ਛੁੱਟ ਗਿਆ ਤਾਂ ਵੀ ਲੜਾਈ। ਇਸ ਕਰਕੇ ਲਖਮੀ ਬਰਸਿਓ ਜੋ ਲਿਓ ਲਾਵੈ। ਜਿਹੜਾ ਬੰਦਾ ਵਾਹਿਗੁਰੂ ਦੇ ਨਾਲ ਲਿਵ ਜੋੜਦਾ ਹੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਉਹਦੀ ਫਿਰ ਜਿਹੜੇ ਨੇ ਉਹ ਸੋਗ ਮਿਟ ਜਾਂਦੇ ਨੇ, ਉਹ ਬੰਦਾ ਸੁਖ ਪਾਉਂਦਾ ਹੈ। ਖੱਖਾ ਖਿਰਤ ਖਪਤ ਗਏ ਕੀਤੇ। ਗਿਣਤੀ ਨਹੀਂ ਵੀ ਕਿੰਨੇ ਜਾਣੇ ਇਸ ਦੁਨੀਆ ਦੇ ਵਿੱਚ ਆ ਕੇ ਖਪ ਕੇ ਜ਼ਿੰਦਗੀ ਜੀ ਕੇ ਤੇ ਚਲੇ ਗਏ, ਕੋਈ ਗਿਣਤੀ ਹੀ ਨਹੀਂ। ਖਿਰਤ ਖਪਤ ਅਜਹੂ ਨਹਿ ਚੇਤੈ। ਤੇ ਵੇਖ ਲਓ ਬਾਬਾ ਕਬੀਰ ਕਹਿੰਦੇ ਨੇ ਵੀ ਅਜੇ ਵੀ ਨਹੀਂ ਬੰਦਾ ਚੇਤੇ ਕਰਦਾ, ਰੱਬ ਨੂੰ ਅਜੇ ਵੀ ਚੇਤੇ ਨਹੀਂ ਕਰਦਾ। ਇਹ ਵੀ ਉਹਨਾਂ ਦੇ ਵਾਂਗੂ ਖਪਦਾ ਹੀ ਪਿਆ ਹੈ ਜਿਹੜੇ ਬਾਕੀ ਹੋ ਕੇ ਚਲੇ ਗਏ ਨੇ। ਅਬ ਜਗ ਜਾਨ ਜੋ ਮਨਾ ਰਹਿ। ਜੇ ਕਿਤੇ ਬੰਦਾ ਇਸ ਦੁਨੀਆ ਦੇ ਵਿੱਚ ਜੱਗ ਦੀ ਅਸਲੀਅਤ ਨੂੰ, ਦੁਨੀਆ ਦੀ ਅਸਲੀਅਤ ਨੂੰ ਸਮਝ ਲਵੇ, ਮਨ ਸਮਝ ਲਵੇ ਇਸ ਗੱਲ ਨੂੰ, ਜਹੰ ਕਾ ਬਿਸ਼ਰਾ ਤਹਿ ਥਿਰ ਲਹੈ। ਤੇ ਫਿਰ ਇਹ ਜਿੱਥੋਂ ਵਿਛੜਿਆ ਹੁੰਦਾ ਹੈ ਜੀਵ, ਉਹਦੇ ਨਾਲ ਮਿਲ ਜਾਂਦਾ ਹੈ। ਪਰ ਸੰਸਾਰ ਦੀ ਅਸਲੀਅਤ ਨੂੰ ਤੇ ਸਮਝੇ, ਫਿਰ ਉਹਦੇ ਨਾਲ ਜੁੜੇਗਾ। ਫਿਰ ਆਖਰੀ ਇਸ ਪੌੜੀ ਦਾ, ਬਾਣੀ ਦਾ ਜੋ ਪਦਾ ਹੈ, ਪੌੜੀ ਹੈ, 52 ਅੱਖਰ ਜੋਰੇ ਆਨ। ਦੁਨੀਆ ਨੇ ਕੀ ਕੀਤਾ, ਜਿੰਨਾ ਵੀ ਟੈਕਸਟ ਹੈ, ਅੱਖਰ ਨੇ,
ਇਹ ਤੇ ਜੋੜ ਲਏ। ਜਿੱਦਾਂ ਅਸੀਂ ਸ਼ੁਰੂ 'ਚ ਗੱਲ ਪੜ੍ਹੀ ਸੀ ਵੀ ਮੰਨ ਲਓ ਪੰਜਾਬੀ ਦੇ 35 ਅੱਖਰ ਹੋ ਗਏ, ਜਾਂ ਤੁਸੀਂ ਦੂਜਾ ਫਾਰਸੀ ਦੇ 30 ਅੱਖਰ ਹੋ ਗਏ, 26 ਅੰਗਰੇਜ਼ੀ ਦੇ ਹੋ ਗਏ, ਦੇਵਨਾਗਰੀ ਦੇ 52 ਅੱਖਰ ਹੋ ਗਏ। ਇਹ ਅੱਖਰ ਜੋੜ ਲਏ। ਦੁਨੀਆ ਦੀਆਂ ਜਿੰਨੀਆਂ ਕਿਤਾਬਾਂ ਨੇ ਅੱਖਰਾਂ ਦੇ ਨਾਲ ਹੀ ਤੇ ਲਿਖੀਆਂ ਗਈਆਂ ਨੇ। ਅੱਜ ਅਸੀਂ ਟਾਈਪ ਕਰਦੇ ਹਾਂ ਤੇ ਅੱਖਰ ਹੀ ਟਾਈਪ ਕਰਦੇ ਹਾਂ ਨਾ। ਈਵਨ ਕਿ ਅਸੀਂ ਬੋਲਦੇ ਹਾਂ ਤਾਂ ਵੀ ਅੱਗੇ ਅੱਖਰ ਟਾਈਪ ਹੋ ਜਾਂਦਾ ਹੈ। 52 ਅੱਖਰ ਜੋੜੇ ਆਣ। ਦੁਨੀਆ ਨੇ 52 ਅੱਖਰ ਤੇ ਜੋੜ ਲਏ ਨੇ। ਹੁਣ ਕੋਈ ਕਿਤਾਬ 100 ਪੇਜ ਦੀ ਹੈ ਤੇ ਜਿਹੜੀ ਲੈਂਗੁਏਜ ਦੇ ਵਿੱਚ ਲਿਖੀ ਗਈ ਹੈ ਤੇ ਜੇ ਇੰਗਲਿਸ਼ ਦੇ ਵਿੱਚ ਲਿਖੀ ਗਈ ਹੈ ਤੇ 26 ਅੱਖਰ ਹੀ ਨੇ ਨਾ, ਭਾਵੇਂ ਅੱਗੇ ਪਿੱਛੇ ਕਰਕੇ ਆ ਰਹੇ ਨੇ, ਉਹੀ ਅੱਖਰ ਜੋੜੇ ਪਏ ਨੇ। ਸਕਿਆ ਨਾ ਅੱਖਰ ਏਕ ਪਛਾਣ। ਪਰ ਬਾਬਾ ਕਬੀਰ ਕਹਿੰਦੇ ਅਫਸੋਸ ਜੇ ਵਾਲੀ ਗੱਲ ਹੈ, 52 ਅੱਖਰਾਂ ਦੇ ਬਾਰੇ ਤੇ ਇਹਨੂੰ ਪਤਾ ਹੈ, ਇਹ ਉਸ ਅੱਖਰ ਨੂੰ ਨਹੀਂ ਪਹਿਚਾਣ ਸਕਿਆ ਜਿਹੜੇ ਅੱਖਰ ਦੇ ਕਰਕੇ ਇਹਨੇ ਮਾਲਕ ਦੇ ਨਾਲ ਮਿਲਣਾ ਸੀ। ਪੰਜਾਬੀ ਤੇ ਸਾਰਿਆਂ ਨੂੰ ਆਉਂਦੀ ਹੈ। ਪੰਜਾਬੀ ਬੋਲ ਕੌਣ ਨਹੀਂ ਸਕਦਾ? ਸਾਰੇ ਬੋਲ ਲੈਂਦੇ ਨੇ। ਆਪਣੀ ਆਪਣੀ ਲੈਂਗੁਏਜ ਸਾਰੇ ਬੋਲ ਲੈਂਦੇ ਨੇ। ਪਰ ਜੇ ਲੈਂਗੁਏਜ ਬੋਲਣ ਦੇ ਨਾਲ ਕਿ ਵੀ ਰੱਬ ਨੂੰ ਮਿਲ ਗਿਆ, ਇਹ ਵੀ ਗੱਲ ਗਲਤ ਹੋ ਗਈ। ਸਕਿਆ ਨਾ ਅੱਖਰ ਏਕ ਪਛਾਣ, ਸਤ ਕਾ ਸ਼ਬਦ ਕਬੀਰਾ ਕਹੈ। ਅੱਖਰਾਂ ਤੋਂ ਬਿਨਾਂ ਵੀ ਸਾਡੀ ਖਲਾਸੀ ਨਹੀਂ ਹੈ। ਇਸ ਕਰਕੇ ਬਾਬਾ ਕਬੀਰ ਕਹਿੰਦੇ ਨੇ, ਇਹ ਕਬੀਰ ਜਿਹੜਾ ਬੰਦਾ ਇਹਨਾਂ ਅੱਖਰਾਂ ਦੇ ਨਾਲ ਸਤ ਦਾ ਸ਼ਬਦ ਆਖਦਾ ਹੈ, ਚੰਗੀਆਂ ਗੱਲਾਂ ਆਖਦਾ ਹੈ, ਚੰਗੇ ਬੋਲ ਲਿਖਦਾ ਹੈ, ਪੰਡਿਤ ਹੋਏ ਸੋ ਅਨਬੈ ਰਹਿ, ਉਹ ਹੈ ਅਸਲ ਦੇ ਵਿੱਚ ਪੰਡਿਤ। ਉਹ ਅਨੁਭਵ ਦੇ ਵਿੱਚ ਜੀਂਦਾ ਹੈ, ਉਹ ਰੱਬੀ ਗਿਆਨ ਦੇ ਵਿੱਚ ਜੀਂਦਾ ਹੈ। ਇਹਨਾਂ ਅੱਖਰਾਂ ਨੇ ਸਾਨੂੰ ਤਾਰਨਾ ਹੈ ਤੇ ਮੈਂ ਇਹ ਵੀ ਕਹਿ ਦੇਵਾਂ, ਇਹਨਾਂ ਅੱਖਰਾਂ ਨੇ ਸਾਨੂੰ ਮਾਰਨਾ ਹੈ। ਇਹੋ ਹੀ ਅੱਖਰ ਹੈ। ਚੰਗੀ ਕਿਤਾਬ ਪੜ੍ਹਨ ਨੂੰ ਮਿਲ ਗਈ, ਗੁਰਬਾਣੀ ਦੀ ਤੇ ਜੇ ਮੈਂ ਗੱਲ ਹੀ ਨਹੀਂ ਕਰਦਾ, ਇਹਦੇ ਵਿੱਚ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ। ਤੇ ਗੰਦੀਆਂ ਗੱਲਾਂ ਪੜ੍ਹਨ ਲੱਗ ਪਏ, ਬਣੀ ਬਣੀ ਜ਼ਿੰਦਗੀ ਦਾ ਬੇੜਾ ਗਰਕ ਹੋ ਜਾਂਦਾ ਹੈ। ਤੇ ਅੱਖਰ ਹੀ ਨੇ ਨਾ। ਸਾਰਾ ਕੁਝ ਮਿਲਦਾ। ਲਿਟਰੇਚਰ ਕਿਹੜਾ ਨਹੀਂ ਮਿਲਦਾ ਸਮਾਜ ਦੇ ਵਿੱਚ? ਤੁਸੀਂ ਪੜ੍ਹ ਕੇ ਵੇਖ ਲਓ। ਚੰਗੇ ਲਿਟਰੇਚਰ ਦੇ ਵੀ ਢੇਰ ਲੱਗੇ ਨੇ, ਮਾੜੇ ਦੇ ਵੀ ਢੇਰ ਲੱਗੇ ਪਏ ਨੇ। ਜਿਹਨੂੰ ਪੜ੍ਹ ਲਿਆ ਉਹੋ ਜਿਹਾ ਮਨ ਹੋ ਗਿਆ। ਪੰਡਿਤ ਉਹ ਹੈ ਜਿਹੜਾ ਅਨੁਭਵ ਦੇ ਵਿੱਚ ਜੀਂਦਾ ਹੈ, ਅੱਖਰਾਂ ਨੂੰ ਸਮਝ ਲੈਂਦਾ ਵੀ ਅੱਖਰ ਕਾਹਦੇ ਲਈ ਨੇ। ਨਹੀਂ ਤੇ ਕੀ ਹੈ? ਪੰਡਿਤ ਲੋਕਾਂ ਕੋ ਵਿਵਹਾਰ। ਇਹ ਤੇ ਫਿਰ ਇਦਾਂ ਦੀ ਗੱਲ ਹੋ ਗਈ ਸਾਡੇ ਵਰਗੇ ਗਿਆਨੀਆਂ ਦੀ। ਇਹ ਲੋਕਾਂ ਦੇ ਵਿੱਚ ਬੜਾ ਵਧੀਆ ਵਿਹਾਰ ਚੱਲਦਾ ਪਿਆ ਵੀ ਮੈਂ ਤੁਹਾਨੂੰ ਕਹਿ ਦੇਵਾਂ ਵੀ ਬਾਣੀ ਪੜ੍ਹਿਆ ਕਰੋ, ਤੁਹਾਨੂੰ ਕਹਿ ਦੇਵਾਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ, ਤੁਹਾਨੂੰ ਕਹਿ ਦੇਵਾਂ ਵੀ ਰੱਬ ਦੇ ਨਾਲ ਜੁੜਿਆ ਕਰੋ। ਮੈਂ ਅੱਖਰ ਵੇਚਦਾ ਪਿਆ ਹਾਂ ਤੁਹਾਨੂੰ, ਬਸ ਇਹਦੇ ਤੋਂ ਵੱਧ ਕੁਝ ਨਹੀਂ ਹੈ। ਇਹ ਅੱਖਰ ਵਿਕਦੇ ਨੇ ਇੱਦਾਂ। ਤੇ ਮਹਾਰਾਜ ਕਹਿੰਦੇ, ਧ੍ਰਿਗ ਤਿਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ। ਉਹਨਾਂ ਦਾ ਲਾਨਤ ਹੈ ਜ਼ਿੰਦਗੀ ਦੇ ਉੱਤੇ ਜਿਹੜੇ ਬਾਣੀ ਨੂੰ ਲਿਖ ਲਿਖ ਕੇ ਵੇਚਦੇ ਪਏ। ਔਰ ਇਹ ਵੇਖਦਾ ਹੀ ਤੇ ਪਿਆ ਹੈ। ਆਹ ਸ਼ਬਦ 101 ਵਾਰ ਪੜ੍ਹੋ, ਤੁਹਾਡਾ ਕਰਜ਼ਾ ਲੱਥ ਜਾਵੇਗਾ। ਇਹ ਵੇਖਦਾ ਨਹੀਂ ਪਿਆ ਤੇ ਹੋਰ ਕੀ ਹੋ ਰਿਹਾ? ਬਾਬਾ ਕਬੀਰ ਕਹਿੰਦੇ ਬੜਾ ਵਧੀਆ ਚੱਲਦਾ ਪਿਆ, ਆਹ ਸ਼ਬਦ ਪੜ੍ਹੋ ਤੁਹਾਡਾ ਬੁਖਾਰ ਲੱਥ ਜਾਵੇਗਾ। ਤੇ ਬਾਕੀ ਸ਼ਬਦ ਕਿੰਨੇ ਪੜ੍ਹਨੇ ਨੇ ਫਿਰ ਆ ਕੇ? ਫਿਰ ਜਿਹਨੂੰ ਬੁਖਾਰ ਹੋਇਆ ਹੀ ਨਹੀਂ ਤੇ ਫਿਰ ਨਾ ਹੀ ਪੜ੍ਹੇ ਨਾ ਕਦੀ, ਉਹਦੇ ਲਈ ਸ਼ਬਦ ਤੇ ਹੋਏ ਹੀ ਨਾ। ਬਚਪਨ ਤੋਂ ਲੈ ਕੇ ਜਿਹੜੀ ਜਵਾਨੀ ਲਗਭਗ ਹੁੰਦੀ ਨਾ 35-40 ਸਾਲ ਤੱਕ, ਬੰਦਾ ਬਹੁਤੀ ਵਾਰ ਬਿਮਾਰ ਹੀ ਨਹੀਂ ਹੁੰਦਾ। ਫਿਰ ਉਹਦੇ ਲਈ ਤੇ ਸ਼ਬਦ ਹੋਏ ਨਾ 35-40 ਸਾਲ ਤੱਕ। ਪੰਡਿਤ ਲੋਕਾਂ ਕੋ ਵਿਹਾਰ, ਇਹ ਬੜਾ ਵਧੀਆ ਕਾਰ ਵਿਹਾਰ ਚੱਲਦਾ ਪਿਆ ਵੀ ਕਿਸੇ ਨੂੰ ਸ਼ਬਦ ਲਿਖ ਕੇ ਦੇ ਦਿੱਤਾ ਵੀ ਲਿਆ ਆਹ ਸ਼ਬਦ ਲੈ ਜਾ ਤੇ 1100 ਦੇ ਜਾ, ਆਹ ਰੱਖ ਲਿਖ ਕੇ ਦੇ ਦਿੱਤੀ ਤੇ ਤੂੰ 1100 ਦੇ ਜਾ। ਇਹ ਬੜਾ ਵਧੀਆ ਕਾਰ ਵਿਹਾਰ ਚੱਲਦਾ ਪਿਆ। ਲੋਕੀ ਚੱਲਦੇ ਪਏ ਨੇ ਕਾਰੋਬਾਰ ਦੇ ਵਿੱਚ। ਪੰਡਿਤ ਲੋਕਾਂ ਕੋ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ। ਪਰ ਜਿਹੜੇ ਗਿਆਨੀ ਹੁੰਦੇ ਨੇ ਨਾ, ਉਹ ਇਹਨਾਂ ਸ਼ਬਦਾਂ ਦੇ ਵਿੱਚੋਂ ਤੱਤ ਨੂੰ ਵਿਚਾਰ ਲੈਂਦੇ ਨੇ। ਗਿਆਨੀ ਉਹੀ ਹੁੰਦਾ ਹੈ ਜਿਹੜਾ ਸ਼ਬਦ ਦੇ ਭਾਵ ਨੂੰ ਸਮਝਦਾ ਹੈ। ਸ਼ਬਦ ਖਰੀਦਣ ਵਾਲੇ ਵੀ ਬੜੇ ਤੇ ਸ਼ਬਦ ਵੇਚਣ ਵਾਲੇ ਵੀ ਬੜੇ। ਗਿਆਨੀ ਉਹ ਹੈ ਜਿਹੜਾ ਇਹਨਾਂ ਸ਼ਬਦਾਂ ਨੂੰ ਸਮਝ ਲੈਂਦਾ ਹੈ ਵੀ ਮਹਾਰਾਜ ਕਹਿ ਕੀ ਰਹੇ ਨੇ। ਜਾ ਕੇ ਜੀ ਜੈਸੀ ਬੁੱਧ ਹੋਈ। ਪਰ ਬਾਬਾ ਕਬੀਰ ਕਹਿੰਦੇ ਇਹ ਵੀ ਤੇ ਇੱਥੇ ਗੱਲ ਹੈ ਨਾ, ਜਿਹੋ ਜਿਹੀ ਕਿਸੇ ਦੀ ਬੁੱਧੀ ਉਹੋ ਜਿਹੀ ਉਹ ਵਰਤੇਗਾ। ਜਿਹੜਾ ਹੈ ਹੀ ਉਹ, ਜਿੱਦਾਂ ਇੱਕ ਪੰਜਾਬੀ 'ਚ ਗੱਲ ਕੀਤੀ ਜਾਂਦੀ ਨੇ ਵੀ ਜਿਹੜੇ ਲਾਹੌਰ ਕਮਲੇ ਉਹ ਪਿਸ਼ੌਰ ਵੀ ਕਮਲੇ। ਉਹਦੇ ਵਿੱਚ ਕੀ ਕੀਤਾ ਜਾ ਸਕਦਾ? ਜਿਨ੍ਹਾਂ ਨੂੰ ਮਾਲਕ ਨੇ ਬੁੱਧੀ ਓਨੀ ਕੁ ਦਿੱਤੀ ਹੈ ਉਹ ਵਰਤਣਗੇ ਹੀ ਓਨੀ। ਉਹਨਾਂ ਨੂੰ ਅੱਖਰਾਂ ਦਾ ਮਤਲਬ ਉਹ ਵੇਚਣ ਦੇ ਲਈ ਹੈ। ਜਾ ਕੇ ਜੀ ਜੈਸੀ ਬੁੱਧ ਹੋਈ, ਜਿਹੋ ਜਿਹੀ ਕਿਸੇ ਦੀ ਬੁੱਧੀ ਹੋਵੇਗੀ, ਕਹਿ ਕਬੀਰ ਜਾਣੇਗਾ ਸੋਈ। ਕਬੀਰ ਸਾਹਿਬ ਆਖਦੇ ਨੇ ਉਹ ਉਹੋ ਜਿਹੀ ਇਹਨਾਂ ਅੱਖਰਾਂ ਨੂੰ ਜਾਣੇਗਾ। ਕਈਆਂ ਲਈ ਇਹ ਜਿਹੜੇ ਗੁਰਬਾਣੀ ਦੇ ਅੱਖਰ ਨੇ ਇਹ ਵੀ ਜਸਟ ਅੱਖਰ ਹੀ ਨੇ। ਕਈਆਂ ਲਈ ਗੁਰਬਾਣੀ ਦੇ ਅੱਖਰ ਜਿਹੜੇ ਨੇ ਇਹ ਵੀ ਬਸ ਸਮਝ ਲਓ ਵੀ ਆਮ ਜੀਆਂ ਗੱਲਾਂ ਹੀ ਨੇ। ਪਰ ਬਾਬਾ ਕਬੀਰ ਕਹਿੰਦੇ ਨੇ ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ 'ਚ ਬ੍ਰਹਮ ਦੀ ਵਿਚਾਰ ਹੈ। ਹੁਣ ਕੋਈ ਦੁਕਾਨ ਪਾ ਕੇ ਬਹਿ ਜਾਵੇ ਤੇ ਸ਼ਬਦ ਵੇਚਣੇ ਸ਼ੁਰੂ ਕਰ ਦੇਵੇ ਤੇ ਹੋ ਸਕਦਾ ਦੁਕਾਨ ਵਧੀਆ ਚੱਲ ਜਾਵੇ। ਤੇ ਕੋਈ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਅਨੁਭਵ ਕਰ ਲਵੇ ਤੇ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ ਬ੍ਰਹਮ ਗਿਆਨੀ ਬਣ ਜਾਵੇ।
ਇਹ ਤੋਂ ਬ੍ਰਹਮ ਵਿਚਾਰ। ਇਹ ਤੇ ਆਪਣੀ ਆਪਣੀ ਬੁੱਧੀ ਹੈ ਨਾ ਵੀ ਅੱਖਰਾਂ ਨੂੰ ਕਿੱਦਾਂ ਵਰਤਣਾ ਹੈ, ਅੱਖਰਾਂ ਨੂੰ ਕਿੱਦਾਂ ਲੈ ਕੇ ਜਾਣਾ। ਅੱਖਰ ਵੇਚਣੇ ਨੇ, ਵਿਕ ਵੀ ਸਕਦੇ ਨੇ, ਤੇ ਇਹਨਾਂ ਅੱਖਰਾਂ ਨੂੰ ਪੜ੍ਹਨਾ ਹੈ ਤੇ ਅੱਖਰਾਂ ਨੂੰ ਪੜ੍ਹ ਕੇ ਜ਼ਿੰਦਗੀ ਬਣਾਉਣੀ ਹੈ। ਇਹ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ। ਇਸ ਕਰਕੇ ਅੱਖਰਾਂ ਤੋਂ ਬਿਨਾਂ ਸਾਡੀ ਖਲਾਸੀ ਨਹੀਂ। ਪਰ ਨਾਲ ਬੇਨਤੀ ਹੈ, ਇਹਨਾਂ ਅੱਖਰਾਂ ਨੂੰ ਪੜ੍ਹ ਕੇ ਤੇ ਸਮਝਣਾ ਹੁੰਦਾ ਹੈ ਵੀ ਅੱਖਰਾਂ ਦੇ ਵਿੱਚ ਕਿਹਾ ਕੀ ਜਾ ਰਿਹਾ ਹੈ। ਅੱਖਰਾਂ ਦੇ ਨਾਲ ਇਹ ਸੰਬੰਧਿਤ ਬਾਣੀ ਹੈ ਬਾਬਾ ਕਬੀਰ ਸਾਹਿਬ ਜੀ ਦੀ, ਬਹੁਤ ਜਾਣਕਾਰੀ ਵਾਲੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਨੇ ਵੀ ਅੱਖਰਾਂ ਦੇ ਨਾਲ ਸੰਬੰਧਿਤ ਬਾਣੀਆਂ ਉਚਾਰੀਆਂ ਨੇ। ਸੋ ਇਹ ਲੜੀ ਦੇ ਵਿੱਚ ਬਾਣੀ ਆਈ ਹੈ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸੰਤ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ।